ਸੂਪਕਾਰ ਕਰ ਤਿਆਰ ਆਹਾਰੂ। ਤੇ ਇਹਨੇ ਨੂੰ ਜਿਹੜਾ ਲਾਂਗਰੀ ਸਿੱਖ ਵਾ ਉਹ ਪ੍ਰਸ਼ਾਦਾ ਪਾਣੀ ਲੰਗਰ ਵਿੱਚ ਤਿਆਰ ਹੋ ਜਾਂਦਾ ਹੈ। ਸਭ ਰਸ ਪਾਕਹਿ ਸਵਾਦ ਉਦਾਰੂ। ਤੇ ਜੀ ਬਹੁਤ ਸ਼੍ਰੇਸ਼ਟ ਸਵਾਦ ਵਾਲੇ ਬੜੇ ਰਸ ਜਿਹੜੇ ਵਾ ਪਕਵਾਨ ਲੰਗਰ ਵਿੱਚ ਤਿਆਰ ਹੋ ਜਾਂਦੇ ਆ। ਜਬ ਸੁਧ ਦੇਹ ਆਣ ਕਰ ਸੋਈ। ਉਹ ਲਾਂਗਰੀ ਸਿੱਖ ਫਿਰ ਮਹਾਰਾਜ ਦੇ ਦੀਵਾਨ ਵਿੱਚ ਆਉਂਦਾ ਹੈ, ਹੱਥ ਜੋੜ ਕਰਕੇ ਗੁਰੂ ਗਰੀਬ ਨਵਾਜ ਦੇ ਚਰਨਾਂ ਦੇ ਵਿੱਚ ਜਿਹੜੀ ਵੈ ਉਹ ਇਉਂ ਬੇਨਤੀ ਕਰਦਾ ਹੈ। ਸ੍ਰੀ ਗੁਰੂ ਜੀ ਭਈ ਪਾ ਕਰ ਸੋਈ। ਇਹ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਲੰਗਰ ਗੁਰੂ ਗਰੀਬ ਨਵਾਜ ਜੀ ਬਣ ਚੁੱਕਾ, ਤਿਆਰ ਹੋ ਚੁੱਕਾ ਹੈ। ਉਠ ਕਿਰਪਾਲ ਤਿਹ ਸੰਗ ਸਿਧਾਰੈ। ਤੇ ਮਹਾਰਾਜ ਕਿਰਪਾ ਕਰੋ, ਆਪ ਜੀ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਭੋਗ ਲਾਓ। ਤੋ ਗੁਰੂ ਅੰਗਦ ਦੇਵ ਜੀ ਮਹਾਰਾਜ ਖਾਲਸਾ ਜੀ ਉਹ ਲਾਂਗਰੀ ਸਿੱਖ ਦੇ ਬਚਨ ਕਹਿੰਦਿਆਂ ਸਾਰੀ ਫਿਰ ਸਿੰਘਾਸਣ ਤੋਂ ਉੱਠਦੇ ਆ ਤੇ ਚੱਲ ਪੈਂਦੇ ਆ। ਸਖਾ ਸਿੱਖ ਸੇਵਕ ਲੈ ਸਾਰੈ। ਜਿੰਨੀ ਸੰਗਤ ਪੰਡਾਲ ਵਿੱਚ ਬੈਠੀ ਹੁੰਦੀ ਸਾਰੀ ਮਹਾਰਾਜ ਦੇ ਨਾਲ ਉੱਠ ਕੇ ਮਗਰ ਚੱਲ ਪੈਂਦੀ ਸਤਿਗੁਰਾਂ ਦੇ। ਚਤੁਰ ਬਰਨ ਤਹ ਸਮਸਰ ਬੈਸਹਿ। ਜਿਹੜੇ 4 ਵਰਨ ਬ੍ਰਾਹਮਣਾਂ ਦੀ ਵੰਡੀ ਪਾਈ ਹੋਈ ਸੀ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਚਾਰੇ ਜਿਹੜੇ ਖਾਲਸਾ ਜੀ ਉਹ ਹੈ ਵਰਨ ਉਹ ਇੱਕ ਹੀ ਪੰਗਤ ਵਿੱਚ ਬੈਠ ਕਰਕੇ ਛਕਦੇ, ਕੋਈ ਵਿਤਕਰਾ ਨਹੀਂ ਖਡੂਰ ਸਾਹਿਬ ਦੀ ਧਰਤੀ ਤੇ। ਜੈਸੇ ਰੰਗ ਭਾਵ ਹਿਤ ਪੀ ਤੈਸਾ। ਚਾਹੇ ਕੋਈ ਰਾਜਾ ਹੋਵੇ ਚਾਹੇ ਕੋਈ ਕੰਗਾਲ ਨੰਗ ਮਲੰਗ, ਖਾਲਸਾ ਜੀ ਸਭ ਇੱਕੋ ਹੀ ਪੰਗਤ ਵਿੱਚ ਬੈਠ ਛਕ ਰਹੇ ਆ। ਮਾਟੀ ਕੇ ਬਾਸਨ ਹੋਏ ਸਾਰੇ। ਤੇ ਉੱਥੇ ਜਿਹੜੇ ਹੈ ਜਿਹੜੇ ਵਾ ਭਾਂਡੇ ਉਹ ਮਿੱਟੀ ਦੇ ਵਰਤੇ ਜਾਂਦੇ ਵਾ, ਮਿੱਟੀ ਦੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਹੈ। ਪੱਤਰਨ ਮਹਿ ਅਚਲੇ ਆਹਾਰੇ। ਤੇ ਉਹਨਾਂ ਦੇ ਵਿੱਚ ਜਿਹੜੇ ਵਾ ਜਾਂ ਖਾਲਸਾ ਜੀ ਪਤਨਾ ਹੁੰਦੀਆਂ ਜਿਹੜੀਆਂ ਉਹ ਤੇ ਬੋੜ ਦੇ ਪੱਤਿਆਂ ਦੀਆਂ, ਜਿਵੇਂ ਉਹ ਗੁਰੂ ਘਰਾਂ ਵਿੱਚ ਅਜੇ ਵੀ ਉਹ ਪੱਤਲ ਮਿਲਦੇ ਆ ਦੇਗ ਵਾਸਤੇ, ਉਹ ਉਦਾਂ ਦੇ ਥਾਲ ਬਣਾਏ ਹੁੰਦੇ। ਉਹ ਪੱਤਲਾਂ ਦੇ ਵਿੱਚ ਜਿਹੜਾ ਵਾ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ, ਜਾਂ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਆ। ਜੋ ਚੌਂਕੇ ਮਹਿ ਅਚਹਿ ਰਸੋਈ। ਆ ਜਿਹੜੇ ਬ੍ਰਾਹਮਣ ਬਹੁਤੇ ਜਿਹੜੇ ਵਾ ਕਰਮਕਾਂਡੀ ਉਹ ਦੇ ਕੇ ਚੌਕਾ ਕੱਢੀ ਕਾਰ ਲਕੀਰਾਂ ਨੀਆਂ ਕੱਢ ਕੇ ਬ੍ਰਾਹਮਣ ਜਿਹੜੇ ਸੀ ਉਹ ਚੌਂਕੇ 'ਚ ਪੋਚਾ ਫੇਰ ਕੇ ਕਈ ਉਹ ਪ੍ਰਸ਼ਾਦਾ ਇਉਂ ਛਕਦੇ ਆ। ਜਿਹੜੇ ਬ੍ਰਾਹਮਣ ਲੋਕ ਗੁਰੂ ਸਮੀਪ ਜਾਏ ਨਹਿ ਸੋਈ। ਉਹ ਨਹੀਂ ਮਹਾਰਾਜ ਦੇ ਲਾਗੇ ਜਾਂਦੇ, ਉਹ ਕਰਮਕਾਂਡੀ ਜੇ ਸਾਰੇ ਮਹਾਰਾਜ ਦੇ ਪਾਸ ਨਹੀਂ ਜਾਂਦੇ ਹਨ, ਉਹ ਨਹੀਂ ਖਡੂਰ ਸਾਹਿਬ ਪੰਗਤ 'ਚ ਬਹਿ ਕੇ ਛਕਦੇ। ਜਿਹੜੇ ਕਹਿੰਦੇ ਅਸੀਂ ਵੱਖਰੇ ਪੰਗਤ ਬਣਾ ਕੇ ਜਾਂ ਆਪਦਾ ਜਿਹੜਾ ਵਾ ਉਹ ਚੌਂਕਾ ਜਾਂ ਪੂਰ ਕੇ ਕਰਮਕਾਂਡੀ ਜਿਹੜੇ ਵਾ ਉਹ ਨਹੀਂ ਉੱਥੇ ਖਡੂਰ ਸਾਹਿਬ ਪ੍ਰਸ਼ਾਦਾ ਛਕਦੇ ਆ। ਪੰਕਤ ਵਿੱਚ ਬੈਠ ਗੁਰ ਖਾਹੇ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਆਪ ਵੀ ਖਾਲਸਾ ਜੀ ਪੰਗਤ ਵਿੱਚ ਨਾਲ ਹੀ ਬਹਿੰਦੇ ਵਾ ਸਿੱਖਾਂ ਦੇ, ਉਸੇ ਪੰਗਤ ਵਿੱਚ ਹਜ਼ੂਰ ਆਪ ਪ੍ਰਸ਼ਾਦਾ ਛਕਦੇ ਆ। ਏਕ ਸਮਾਨ ਆਸਣ ਅਚਵਾਹੇ। ਫਿਰ ਇੱਕੋ ਜਿਹੜਾ ਵਾ ਉਹ ਸਮਾਨ ਇੱਕ ਰਸ ਕੀ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬੈਠ ਜਾਂਦੇ ਵਾ ਪੰਗਤ ਵਿੱਚ, ਫਿਰ ਇੱਕ ਰਸ ਇੱਕੋ ਜਿਹਾ ਭੋਜਨ ਪਰੋਸਿਆ ਜਾਂਦਾ ਹੈ। ਪਾਇਸ ਹੋਵੈ ਬੀਚ ਰਸੋਈ। ਤੇ ਰੋਜ਼ ਖੀਰ ਜ਼ਰੂਰ ਬਣਦੀ ਆ ਖਡੂਰ ਸਾਹਿਬ। ਉਹ ਜਿਹੜਾ ਵਾ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀ ਆ ਰਸ ਅੰਮ੍ਰਿਤ ਖੀਰ ਘਿਆਲੀ। ਬਾਬਾ ਰਾਏ ਸੱਤਾ ਜੀ, ਰਾਏ ਬਲਵੰਡ ਜੀ, ਤਿੰਨਾਂ ਦੀ ਰਾਮਕਲੀ ਦੀ ਵਾਰ ਵਿੱਚ ਖਾਲਸਾ ਜੀ ਇਹ ਪ੍ਰਸੰਗ ਆਉਂਦਾ ਵਾ ਕਿ ਖਡੂਰ ਸਾਹਿਬ ਮਾਤਾ ਖੀਵੀ ਜੀ ਖਾਲਸਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਹਿਲ ਮਾਤਾ ਜਗਤ ਮਾਤਾ ਉਹ ਖੀਰ ਤਿਆਰ ਕਰਦੇ ਸੀ ਫਿਰ ਸਿੱਖਾਂ ਵਾਸਤੇ ਆਪਦੇ ਹੱਥੀਂ। ਤੋਂ ਮਾਤਾ ਖੀਵੀ ਜੀ ਹੁਣ ਵੀ ਖਾਲਸਾ ਜੀ ਖਡੂਰ ਸਾਹਿਬ ਜਾਈਏ ਲੰਗਰ ਵਿੱਚ ਅਜੇ ਵੀ ਖੀਰ ਜਿਹੜੀ ਹੈ ਉਹ ਨਿਤਾ ਪ੍ਰਤੀ ਚੱਲਦੀ ਵਰਤਦੀ ਹੈ। ਹੂਬਹੂ ਉਹੀ ਮਰਿਆਦਾ ਹੈ, ਉਹੀ ਖਾਲਸਾ ਜੀ ਗੁਰੂ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਦਰ ਘਰ ਹੈ। ਤੋ ਕਵੀ ਜੀ ਕਹਿੰਦੇ ਫਿਰ ਉੱਥੇ ਖੀਰ ਜ਼ਰੂਰ ਨਿਤਾ ਪ੍ਰਤੀ ਬਣਦੀ ਹੈ, ਵਰਤਾਈ ਜਾਂਦੀ ਹੈ। ਸੀਤ ਪ੍ਰਸਾਦ ਖਾਹੇ ਸਭ ਕੋਈ। ਸੀਤ ਪ੍ਰਸਾਦ ਭਾਵ ਜਿਹੜਾ ਵੰਡੇ ਆਉਂਦਾ ਛਾਂਦਾ ਵੈ, ਸਭ ਸੰਗਤਾਂ ਸੀਤ ਪ੍ਰਸਾਦ ਛਕਦੀਆਂ ਹਨ। ਪੁੰਨ ਜਲ ਪਾਣ ਚੂਰੀ ਕਰ ਲਏ ਹੈ। ਉਸ ਤੋਂ ਬਾਅਦ ਫਿਰ ਸਾਰੇ ਖਾਲਸਾ ਜੀ ਉਹ ਚੁਲੀ ਭਰ ਭਾਵ ਕੇ ਹੱਥ ਸੁੱਚੇ ਕਰਦੇ ਵੈ, ਜਾਂ ਜਲ ਛਕ ਕੇ ਫਿਰ ਚੁਲੀ ਭਰਦੇ ਵੈ, ਹੱਥ ਜਿਹੜੇ ਵੈ ਉਹ ਤਕੜੇ ਕਰਦੇ ਸੁੱਚੇ ਕਰਦੇ ਆ। ਉਠਹਿ ਗੁਰੂ ਪੁਨ ਏਵ ਕਰਹਿ। ਗੁਰੂ ਗਰੀਬ ਨਵਾਜ ਜਿਹੜੇ ਵਾ ਜਲ ਛਕ ਕੇ ਫਿਰ ਹੱਥ ਸੁੱਚੇ ਕਰ, ਪਰਮੇਸ਼ਰ ਦਾ ਸ਼ੁਕਰਾਨਾ ਕਰ। ਗੁਰੂ ਗਰੀਬ ਨਵਾਜ ਜੀ ਫਿਰ ਉੱਠਦੇ ਆ। ਗੁਰੂ ਗਰੀਬ ਨਵਾਜ ਪੰਗਤ ਵਿੱਚੋਂ ਗ੍ਰਾਮ ਬਾਲਕੇ ਲੇਹ ਬੁਲਾਏ। ਇਸ ਤੋਂ ਬਾਅਦ ਖਾਲਸਾ ਜੀ ਨਗਰ ਦੇ ਜਿਹੜੇ ਛੋਟੇ ਬਾਲਕ ਵੈ ਬੱਚੇ ਆ ਜਿਨ੍ਹਾਂ ਖਡੂਰ ਸਾਹਿਬ ਦੇ ਮਹਾਰਾਜ ਜੀ ਉਹਨਾਂ ਨੂੰ ਪਾਸ ਬੁਲਾ ਲੈਂਦੇ ਆ। ਹਰਖ ਸ਼ੋਕ ਜਿਨ ਹੋਏ ਨਾ ਕਾਏ। ਇਹੋ ਜੇ ਦਇਆ ਨਿਧ ਪਾਤਸ਼ਾਹ ਜੀ ਜਿਨ੍ਹਾਂ ਨੂੰ ਨਾ ਸੋਗ ਹੈ ਨਾ ਹਰਖ ਖੁਸ਼ੀ ਹੈ, ਇੱਕ ਰਸ ਬਿਰਤੀ ਵਾਲੇ
ਆ। ਤਿਨ ਸੋ ਮਿਲ ਕਰ ਖੇਲਹਿ ਖੇਲ। ਮਹਾਰਾਜ ਫਿਰ ਖਾਲਸਾ ਜੀ ਬੱਚਿਆਂ ਨਾਲ ਰਲ ਮਿਲ ਕਰਕੇ ਜਿਵੇਂ, ਕਿਉਂਕਿ ਆ ਸਿਆਣੇ ਤਾਂ ਉਹ ਕਰ ਦਿੰਦੇ ਗੱਲਾਂ ਜੀ, ਫਲਾਣੇ ਨੇ ਐ ਕਰ ਦਿੱਤਾ, ਢੀਂਗੜੇ ਨੇ ਉਹ ਕਰ ਦਿੱਤਾ। ਬੱਚਿਆਂ 'ਚ ਖਾਲਸਾ ਜੀ ਵਡਿਆਈ ਹੁੰਦੀ ਵਾ। ਆਪ ਬੱਚੇ ਦੇ ਕੋਲ ਬਹਿ ਜਾਓ, ਕਦੇ ਕਿਸੇ ਦੀ ਨਿੰਦਿਆ ਨਹੀਂ ਕਰੇਗਾ ਬੱਚਾ, ਕਦੇ ਕਿਸੇ ਨੂੰ ਖਾਲਸਾ ਜੀ ਕਿਸੇ ਦੀ ਪਰ ਕਾ ਬੁਰਾ ਨਾ ਰਾਖੈ ਚੀਤ, ਮਨ ਵਿੱਚ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਰੱਖੂਗਾ ਬੱਚੇ ਕੋਲ, ਚਾਹੇ ਤੁਸੀਂ ਸਾਰਾ ਦਿਨ ਬੈਠੇ ਰਹੋ। ਤੇ ਜਿਹੜਾ ਖਾਲਸਾ ਜੀ ਸਿਆਣਾ ਹੁੰਦਾ ਹੈ ਉਹਦੇ ਕੋਲ ਝਾਟੀ ਬਹਿ ਜਾਓ, ਸਾਰੇ ਖਾਲਸਾ ਜੀ ਨਗਰ ਦੀ ਗੰਦਗੀ ਤੁਹਾਡੀ ਝੋਲੀ ਵਿੱਚ ਲਿਆ ਪਾ ਦੇਵੇਗਾ, ਨਿੰਦਿਆ ਕਰ ਕਰਕੇ। ਜੇ ਨਿੰਦਿਆ ਕਰਨੀ ਖਾਲਸਾ ਜੀ ਬੁਰੀ ਵਾ ਤਾਂ ਸੁਣਨੀ ਉਸ ਤੇ ਵੀ ਬੁਰੀ ਹੈ। ਤੋ ਮਹਾਰਾਜ ਜੀ ਬੱਚਿਆਂ ਦੇ ਪਾਸ ਆਪਦੇ ਕੋਲ ਬੱਚਿਆਂ ਨੂੰ ਬੁਲਾਉਂਦੇ ਤੇ ਬੱਚਿਆਂ ਨੂੰ ਆਪਦੇ ਕੋਲ ਬੁਲਾ ਕੇ ਉਹਨਾਂ ਨਾਲ ਬੜੇ ਮਿੱਠੇ ਬਚਨ ਕਰਦੇ ਹਨ। ਹੋਹਿ ਪ੍ਰਸੰਨ ਮਿਲਹਿ ਸਿਸ ਮੇਲ। ਤੇ ਫਿਰ ਕੀ ਕਰਦੇ ਆ ਉਹ ਬੱਚਿਆਂ ਨਾਲ? ਖਾਲਸਾ ਜੀ ਮਹਾਰਾਜ ਨੇ ਗੁਰਮੁਖੀ ਜਿਹੜੀ ਵਾ ਬੱਚਿਆਂ ਨੂੰ ਬਹੁਤ ਪ੍ਰਚਾਰ ਕੀਤਾ ਸੀ, ਗੁਰਮੁਖੀ ਦਾ ਬੱਚਿਆਂ ਨੂੰ ਬਹੁਤ ਗੁਰਮੁਖੀ ਗੁਰੂ ਗਰੀਬ ਨਿਵਾਜ ਜੀਆਂ ਪੜਾਉਣਾ ਕੀਤੀ ਤੇ ਪ੍ਰਸੰਨ ਹੋ ਕੇ ਬੱਚਿਆਂ ਦੇ ਨਾਲ ਮਿਲਦੇ ਆ। ਪਹਿਰ ਤੀਸਰੋ ਏਵ ਬਿਤਾਵਹਿ। ਤੀਜਾ ਪਹਿਰ ਸੱਚੇ ਪਾਤਸ਼ਾਹ ਜੀ ਫਿਰ ਕਿਵੇਂ ਬਤਾਉਂਦੇ, ਕਵੀ ਜੀ ਦੱਸਦੇ ਆ। ਫਿਰ 2 ਪਹਿਰ ਲੰਘੇ ਦਿਨ ਦੇ, ਫਿਰ ਮਹਾਰਾਜ ਤੀਸਰਾ ਪਹਿਰ ਕਿਵੇਂ ਬਤੀਤ ਕਰਦੇ ਆ। ਪਹਿਲਵਾਨ ਤਬ ਗੁਰੂ ਬੁਲਾਵਹਿ। ਮਹਾਰਾਜ ਜੀ ਫਿਰ ਖਾਲਸਾ ਜੀ ਨਗਰ ਵਿੱਚੋਂ ਜਿਹੜੇ ਗੱਭਰੂ ਨੌਜਵਾਨ ਪਹਿਲਵਾਨ ਬਣੇ ਹੋਏ ਵਾ ਉਹਨਾਂ ਨੂੰ ਆਪਦੇ ਪਾਸ ਬੁਲਾਉਂਦੇ ਆ। ਮਿਲਹਿ ਆਏ ਬਹੁ ਪਰਹਿ ਅਖਾਰਾ। ਤੇ ਬੜੇ ਨੌਜਵਾਨ ਜਿਹੜੇ ਗੱਭਰੂ ਵਾ ਉਹ ਆਉਂਦੇ ਆ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਦਰ ਘਰ। ਇੱਥੇ ਫਿਰ ਖਾਲਸਾ ਜੀ ਜਿਹੜੇ ਵੱਡੇ ਮੱਲ ਪਹਿਲਵਾਨ ਘੁਲਦੇ, ਫਿਰ ਅਖਾੜਾ ਰਚਿਆ ਜਾਂਦਾ। ਮਹਾਰਾਜ ਪਾਤਸ਼ਾਹ ਜੀ ਆਪ ਖਾਲਸਾ ਜੀ ਸਿੰਘਾਸਣ ਤੇ ਬੈਠ ਖਡੂਰ ਸਾਹਿਬ ਦੀ ਧਰਤੀ ਤੇ ਜਿਹੜਾ ਵਾ ਉਹ ਨੌਜਵਾਨਾਂ ਦਾ ਘੋਲ ਵੇਖਦੇ ਹਨ। ਰਹਿ ਆਪ ਮਹਿ ਬਲ ਧਰ ਭਾਰਾ। ਤੇ ਉਹ ਇੱਕ ਦੂਜੇ ਨੂੰ ਢਾਉਂਦੇ ਵੈ, ਬਲ ਕਰਕੇ ਇੱਕ ਦੂਜੇ ਦੇ ਨਾਲ ਭਿੜਦੇ ਨੌਜਵਾਨ, ਤੇ ਮਹਾਰਾਜ ਵੇਖ ਬਹੁਤ ਖੁਸ਼ ਹੁੰਦੇ ਆ। ਕਹਿ ਕਹਿਤ ਨਹਾ ਪਿਰਾਵਣ ਠਾਨ ਹੈ। ਤੇ ਮਹਾਰਾਜ ਆਪ ਕਹਿ ਕੇ ਫਿਰ ਘੋਲ ਕਰਾਉਂਦੇ ਵੈ, ਭਾਵ ਕੇ ਨਹੀਂ ਤਕੜੇ ਨਾਲ ਮਾੜਾ ਉਹ ਇੱਕੋ ਜੇ ਵੇਖਦੇ ਵਾ, ਸਾਰਿਆਂ ਨੂੰ ਖੜਾ ਕਰ ਕਰਕੇ ਲੈ ਭਾਈ ਤੂੰ ਇਹਦੇ ਵਰਗਾ, ਤੁਹਾਡਾ ਸਰੀਰ ਇੱਕੋ ਜਿਹਾ, ਤੁਸੀਂ ਦੋਵੇਂ ਘੁਲੋਗੇ। ਇਉਂ ਮਾੜੇ ਨਾਲ ਮਾੜੇ ਇੱਕੋ ਜੇ ਮੇਚ ਕੇ ਸਭ ਨੂੰ ਇੱਕੋ ਜਿਹਾ ਬਲ ਵੇਖ ਕੇ ਮਹਾਰਾਜ ਜੀ ਬਾਹਾਂ ਪਕੜ ਦੋਵਾਂ ਨੂੰ ਆਪਸ ਵਿੱਚ ਕਲਵਾਉਂਦੇ ਆ। ਕੁਸ਼ਤੀ ਕਰ ਤੋ ਜੀਤ ਕਿਹ ਹਨ। ਆ ਕੋਈ ਜਿੱਤ ਜਾਂਦਾ ਵਾ ਕੁਸ਼ਤੀ ਕਰਕੇ, ਕੋਈ ਜਿਹੜੇ ਵਿਵਹਾਰ ਵੀ ਜਾਂਦੇ ਆ। ਜਾਮ ਦਿਵਸ ਕੇ ਰਹੇ ਬਹੋਰੀ। ਜਦੋਂ ਇੱਕ ਪਹਿਰ ਖਾਲਸਾ ਦੀ ਰਾਤ ਜਿਹੜਾ ਦਿਨ ਪਿੱਛੇ ਰਹਿ ਜਾਂਦਾ ਹੈ, ਭਾਵ ਜਿਹੜਾ 3 ਵਜੇ ਤੋਂ ਮਗਰਲਾ ਸਮਾਂ ਹੈ, ਸ਼੍ਰੀ ਗੁਰਦੇਵ ਤਜਹਿ ਤਿਸ ਠੌਰੀ। ਤੇ ਤਰਕਾਲਾਂ ਦੇ ਸਮੇਂ ਮਹਾਰਾਜ ਜੀ ਫੇਰ ਜਾ ਕੇ ਪਾਵਨ ਪਵਿੱਤਰ ਸਥਾਨ ਵਿੱਚ, ਭਾਵ ਜਿੱਥੇ ਉਹ ਪੰਡਾਲ ਸਜਿਆ, ਬੈਠ ਜਾਂਦੇ ਆ। ਸਭਾ ਵਿਖੈ ਸੁਭ ਆਸਣ ਬੈਸੇ। ਸੁੰਦਰ ਸਭਾ ਵਿੱਚ ਗੁਰੂ ਗਰੀਬ ਨਿਵਾਜ ਜੀ ਦਾ ਆਸਣ ਲੱਗਿਆ ਹੋਇਆ। ਮਹਾਰਾਜ ਜਾ ਆਸਣ ਤੇ ਸੁਭਾਏਮਾਨ ਹੁੰਦੇ ਆ। ਮਨ ਗਨ ਸਹਿਤ ਸੰਭ ਹੋਏ ਜੈਸੇ। ਐਂ ਬਹਿੰਦੇ ਨਾਲ ਸਿੱਖ ਵੀ ਮਗਰੀ ਮਹਾਰਾਜ ਦੇ ਆਉਣ ਲੱਗ ਜਾਂਦੇ ਵੈ। ਸੰਗਤਾਂ ਨਾਲ ਫੇਰ ਪੰਡਾਲ ਭਰ ਜਾਂਦਾ, ਜਿਵੇਂ ਖਾਲਸਾ ਜੀ ਉਹ ਸ਼ਿਵ ਭਗਵਾਨ ਆਪਦੇ ਮੁਨੀਸ਼ਵਰਾਂ ਜੋਗੀਆਂ ਨਾਲ ਤੇ ਗਣਾਂ ਦੇ ਸਮੇਤ ਆਉਂਦਾ ਹੈ। ਐਂ ਮਹਾਰਾਜ ਜੀ ਐਨ ਸਮਾਧੀ ਲਾ ਆਸਣ ਤੇ ਦੀਵਾਨ ਵਿੱਚ ਬੈਠ ਜਾਂਦੇ ਆ। ਚਾਹਾਂ ਦਿਸ ਪਰਵਾਰਤ ਸਿੱਖ ਆਏ। ਤੇ ਜਿਵੇਂ ਉਹ ਚੰਦਰਮਾ ਦੇ ਉਦਾਲੇ ਪ੍ਰਵਾਲ ਹੁੰਦਾ ਨਾ, ਐਵੇਂ ਸਾਧ ਸੰਗਤ ਜੀਓ ਕੀ ਹੈ ਕਿ ਪਾਤਸ਼ਾਹ ਦੇ ਉਦਾਲੇ ਸਾਰੀਆਂ ਸਿੱਖ ਸੰਗਤਾਂ ਘੇਰੇ ਘੱਤ ਕੇ ਬੈਠਦੀਆਂ ਹਨ। ਰਚਰ ਰਬਾਬੀ ਰਾਗਣ ਗਾਏ। ਬੜੇ ਸੁੰਦਰ ਰਾਗਾਂ ਵਿੱਚ ਫਿਰ ਰਾਗੀ ਜਿਹੜੇ ਵੈ ਰਬਾਬੀ ਵੀਰ ਉਹ ਕੀਰਤਨ ਗਾਉਣਾ ਕਰਦੇ ਹਨ। ਸਕਲ ਪ੍ਰੇਮ ਕਰ ਸੁਨਹਿ ਸੁਦਾਸ। ਸਭ ਸੰਗਤਾਂ ਤੇ ਮਹਾਰਾਜ ਜੀ ਪ੍ਰੇਮ ਸਹਿ ਤੇ ਕੀਰਤਨ ਚੰਗੀ ਤਰ੍ਹਾਂ ਸਰਵਣ ਕਰਦੇ ਸਭ ਸੰਗਤਾਂ। ਜਿਨ ਤੇ ਬ੍ਰਿੰਦ ਵਿਕਾਰ ਬਿਨਾਸ਼। ਇਹ ਕੀਰਤਨ ਵਹਿ ਜੀ ਤੋਂ ਸਾਰੇ ਮਨ ਦੇ ਜਿਹੜੇ ਵਿਕਾਰ ਵਿਸ਼ੇ ਵਾ ਨਾਸ਼ ਕਰਨ ਵਾਲਾ ਇੱਕ ਕੀਰਤਨ ਹੈ। ਸੰਧਿਆ ਸਮੈ ਸ ਹੋਏ ਇਕੰਤ। ਤੇ ਜਦੇ ਖਾਲਸਾ ਜੀ ਸੰਧਿਆ ਦਾ ਸਮਾਂ ਹੋ ਜਾਂਦਾ, ਫਿਰ ਮਹਾਰਾਜ ਕੁਝ ਸਮਾਂ ਇਕੱਲੇ ਹੋ ਜਾਂਦੇ ਇਕਾਂਤ ਵਿੱਚ। ਨਿਜ ਸਰੂਪ ਮਹਿਲੈ ਭਗਵੰਤ। ਤੇ ਅੰਤਰਮੁਖ ਬਿਰਤੀ ਕਰਕੇ ਆਪਦੇ ਸਰੂਪ ਵਿੱਚ ਆਪਦੇ ਸਰੂਪ ਵਿੱਚ ਜਿਹੜੇ ਵੈ ਉਹ ਪ੍ਰਵਿਰਤ ਹੋ ਜਾਂਦੇ ਆ, ਪਰਮੇਸ਼ਰ ਦੇ ਵਿੱਚ ਹੀ। ਬੈਠਾ ਹੈ ਇਕਾਂਕੀ ਇੱਕ ਜਾਮ। ਇੱਕ ਪਹਿਰ ਫਿਰ ਮਹਾਰਾਜ ਜੀ ਖਾਲਸਾ ਜੀ ਸੰਧਿਆ ਸਮੇਂ ਇੱਕ ਰਸ ਹੋ ਕਰਕੇ ਇਕਾਂਤ ਬੈਠ ਜਾਂਦੇ ਆ, ਇਕੱਲੇ ਹੋ। ਪੁਨ ਪ੍ਰਯੰਕ ਪਰ ਕਰਹਿ ਆਰਾਮ। ਉਸ ਤੋਂ ਬਾਅਦ ਮਹਾਰਾਜ ਜੀ ਸੁੰਦਰ ਸੁਖ ਆਸਨ ਸਥਾਨ ਤੇ ਫਿਰ ਸਾਧ ਸੰਗਤ ਜੀ ਵਿਰਾਜ ਜਾਂਦੇ ਆ, ਆਰਾਮ ਕਰਦੇ ਆ।
ਇਸ ਪ੍ਰਕਾਰ ਨਿਸ ਦਿਵਸ ਬਿਤਾਵਹਿ। ਇਉਂ ਕਵੀ ਜੀ ਕਹਿੰਦੇ ਮਹਾਰਾਜ ਦੀ ਨਿਤ ਕਿਰਿਆ ਹੈ ਭਾਈ। ਅੰਮ੍ਰਿਤ ਵੇਲੇ ਤੋਂ ਲੈ ਤੇ ਸਾਰੀ ਦਿਨ ਤੇ ਰਾਤ ਇਉਂ ਹਜੂਰ ਬਤੀਤ ਕਰਦੇ ਆ। ਸਿੱਖਨ ਤੇ ਸਤਨਾਮ ਜਪਾਵਹਿ। ਤੇ ਸਿੱਖਾਂ ਤੋਂ ਵਾਹਿਗੁਰੂ 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 ਦਾ ਨਾਮ ਜਪਾਉਂਦੇ ਆ। ਆਪਨ ਢਿਗ ਮਾਇਆ ਵਿਵਹਾਰ। ਆਪਦੇ ਪਾਸ ਖਾਲਸਾ ਜੀ ਫਿਰ ਜਿਹੜਾ ਇਹ ਮਾਇਆ ਦੇ ਵਿਵਹਾਰ ਜਿੰਨੇ ਹੁੰਦੇ ਆ, ਜਿਕਰ ਨਾ ਹੋਣ ਦੇਹ ਕਿਸ ਵਾਰ। ਇੱਕ ਵਾਰ ਵੀ ਜਾਂ ਕਿਸੇ ਹਾਲਤ ਵਿੱਚ ਵੀ ਖਾਲਸਾ ਜੀ ਆ ਮਾਇਆ ਦੇ ਜਾਂ ਕੰਮਕਾਰਾਂ ਦੇ ਬਾਹਰੀ ਸੰਸਾਰੀ ਧੰਦਿਆਂ ਦਾ ਜ਼ਿਕਰ ਨਹੀਂ ਮਹਾਰਾਜ ਹੋਣ ਦਿੰਦੇ। ਤੋ ਸੰਸਾਰ ਦੇ ਜਿਹੜੇ ਨਾਸ਼ਵੰਤ ਕਾਰਜ ਵੈ ਜਾਂ ਜੰਮਣਾ ਮਰਨਾ ਹੋਰ ਖਾਲਸਾ ਜੀ ਜਿਹੜਾ ਜ਼ਮੀਨਾਂ ਜਾਇਦਾਦਾਂ ਦੇ ਝਗੜੇ ਵੈ ਇਹਦਾ ਜ਼ਿਕਰ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਹੋਣ ਦਿੰਦੇ। ਹਰਖ ਸੋਗ ਜੇਤਕ ਬਿਧ ਨਾਨਾ। ਤੇ ਨਾ ਕੋਈ ਹਰਖ ਖੁਸ਼ੀ ਦੀ ਗੱਲ ਤੇ ਨਾ ਹੀ ਸੱਚੇ ਪਾਤਸ਼ਾਹ ਮਹਾਰਾਜ ਦੀ ਇੱਕ ਰਸ ਬਿਰਤੀ ਹੈ। ਖੁਸ਼ੀ ਗਮੀ ਤੋਂ ਮਹਾਰਾਜ ਜੀ ਬਹੁਤ ਨਿਰਲੇਪ ਹਨ। ਇਨਕੋ ਸਿੱਖਿਓ ਨਾ ਕਰਹਿ ਬਖਾਨਾ। ਤੇ ਹੋਰ ਵੀ ਜਿਹੜੇ ਵੈ ਇਹੋ ਜੀ ਬਿਰਤੀ ਇੱਕ ਰਸ ਬਿਰਤੀ ਵੈ ਤੇ ਸਿੱਖ ਜਿਹੜੇ ਖਾਲਸਾ ਜੀ ਉਹ ਵੀ ਨਹੀਂ ਕਰਦੇ। ਫਿਰ ਸਿਆਣੇ ਸਿੱਖ ਵੈ ਮਹਾਰਾਜ ਦੇ ਵਰਜੇ ਹੋਏ ਵੀ ਕਿਸੇ ਨੇ ਆ ਬਹੁਤੀਆਂ ਹਾਸੇ ਠੱਠੇ ਦੀਆਂ ਜੜੀਆਂ ਵੈ ਕਈ ਤਾਂ ਇੱਥੇ ਵੀ ਆ ਵੇਖੀਦਾ ਉਹ ਅਖੰਡ ਪਾਠ ਸਾਹਿਬ ਤੇ ਉਹ ਇੱਥੇ ਚਿੱਗਾਂ ਇੱਕ ਦੂਜੇ ਨੂੰ ਖਾਲਸਾ ਜੀ ਗੰਦੀਆਂ ਗੱਲਾਂ ਨਕਲਾਂ ਗੁਰੂ ਘਰ ਕਰਦੇ ਵੈ। ਇਹਨਾਂ ਦਾ ਖਾਲਸਾ ਜੀ ਜਿੰਨੀ ਸੇਵਾ ਕੀਤੀ ਉਹ ਸਾਰੀ ਦੀ ਸਾਰੀ ਖੂਹ ਖਾਤੇ ਵਿੱਚ ਪੈਂਦੀ ਵੈ। ਤੋ ਚਾਹੀਦਾ ਤੇ ਵੈ ਸੇਵਾ ਦਾ ਖਾਲਸਾ ਜੀ ਉਹੀ ਸਫਲੀ ਆ ਨਾ ਜਿਹੜੀ ਨਾਲ ਸੇਵਾ ਕੱਲੀ ਵੀ ਕੀ ਕਰੇ ਜੇ ਸਿਮਰਨ ਨਹੀਂ। ਸਿਮਰਨ ਹੋਵੇ ਖਾਲਸਾ ਜੀ ਸੇਵਾ ਦੇ ਨਾਲ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੁਖੋਂ ਵਾਹਿਗੁਰੂ 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 ਕਰਨਾ ਤੇ ਪਰ ਇੱਥੇ ਖਾਲਸਾ ਜੀ ਉਲਟ ਵੈ। ਪਹਿਲਾਂ ਤਾਂ ਇੱਥੇ ਜਿਹੜਾ ਵੈ ਉਹ ਖਾਲਸਾ ਜੀ ਐਸਾ ਹਾਲਤ ਵੈ ਅਖੰਡ ਪਾਠ ਸਾਹਿਬ ਦੀ ਜਿਹੜੀ ਮਰਿਆਦਾ ਵੈ ਇੱਕ ਦੋ ਸਿੰਘ ਖਾਲਸਾ ਜੀ ਮਾਈ ਭਾਈ ਉਹ ਅਖੰਡ ਪਾਠ ਸਾਹਿਬ ਸ਼ਰਵਣ ਕਰਨ ਤੋ ਐਸੀ ਇਹਦੇ ਬਜਾਏ ਖਾਲਸਾ ਜੀ ਬਾਹਰ ਬੈਠ ਕਰਕੇ ਸਿਆਣੇ ਜਿਹੜੇ ਵੈ ਉਹ ਖਾਲਸਾ ਜੀ ਬੱਚਿਆਂ ਨੂੰ ਵਰਜਣਾ ਕੀ ਵੈ ਉਹ ਵੀ ਨਾਲ ਹੀ ਲੱਗ ਜਾਂਦੇ ਵੈ। ਫਿਰ ਖਾਲਸਾ ਜੀ ਜਿਹੜੀਆਂ ਮੈਂ ਕੁਝੀਆਂ ਨਕਲਾਂ ਕਰਨੀਆਂ ਗੁਰੂ ਘਰ ਦੀ ਜੂਹ ਅੰਦਰ। ਇੱਥੇ ਖਾਲਸਾ ਜੀ ਇੱਕ ਕੀਤਾ ਹੋਇਆ ਪੁੰਨ ਖਾਲਸਾ ਜੀ ਜਿਵੇਂ ਇੱਕ ਕਣਕ ਦੇ ਦਾਣੇ ਦੇ 100 ਬੀਜ ਬਣਦੇ ਵੈ। ਇੱਕ ਕੀਤੀ ਹੋਏ ਪੁੰਨ ਦੇ ਖਾਲਸਾ ਜੀ 100 ਸ਼ੁਭ ਫਲ ਮਿਲਦੇ ਸੁੱਖ ਮਿਲਦਾ ਹੈ। ਪਰ ਉਹਦੇ ਬਾਅਦ ਹੀ ਖਾਲਸਾ ਜੀ ਜੇ ਕਣਕ ਦੇ ਇੱਕ ਦਾਣੇ ਤੋਂ 100 ਦਾਣੇ ਬਣਦੇ ਤੇ ਸਵਾਂਗ ਦੇ ਵੀ ਖਾਲਸਾ ਜੀ ਇੱਕੋ ਦਾਣੇ ਤੋਂ 100 ਦਾਣੇ ਬਣਦੇ ਵੈ। ਪਾਪ ਰੂਪ ਸਵਾਂਗ ਜਿਹੜਾ ਵੈ ਉਹ ਖਾਲਸਾ ਜੀ ਜਿਹੜਾ ਵੈ ਜੈਸਾ ਬੀਜਾ ਸੋਲਣਾ ਕਰਮਾ ਸੰਦੜਾ ਖੇਤ। ਜੇ ਇੱਥੇ ਕੋਈ ਉਹੋ ਜਿਹੇ ਖਾਲਸਾ ਜੀ ਆਪਾਂ ਪਾਪ ਬਿਰਤੀ ਰੱਖ ਇਹੋ ਜਿਹੇ ਕਾਰਜ ਕਰਦੇ ਵਾ ਉਹ ਵੀ ਫਿਰ ਦੂਣਾ ਚਾਉਣਾ ਉਹ ਝੋਲੀਆਂ ਭਰਦੀਆਂ ਫਿਰ ਸਾਰੀ ਸਾਰੀ ਉਮਰ ਕਿਤੇ ਦਿਨ ਨਹੀਂ ਫਿਰਦੇ। ਤੋ ਮਹਾਰਾਜ ਕਿੱਡੇ ਦਇਆ ਦੇ ਸਮੁੰਦਰ ਵੈ ਇੱਕ ਰਸ ਬਿਰਤੀ ਹੈ। ਸਿੱਖ ਵੀ ਸਿਆਣੇ ਵੈ ਇਹੋ ਜੀ ਕੋਈ ਬਾਤ ਨਹੀਂ ਕਰਦੇ ਜਿਹਦੇ ਤੋਂ ਮਹਾਰਾਜ ਨੇ ਵਰਜਿਆ ਹੋਇਆ ਹੈ। ਇੱਕ ਰਸ ਬ੍ਰਿਤ ਸਮਾਨ ਜਿਨ ਕੇਰੀ। ਸਤਿਗੁਰਾਂ ਦੀ ਵੀ ਇੱਕ ਰਸ ਸਦਾ ਸਮਾਨ ਅਵਸਥਾ ਬਿਰਤੀ ਹੈ। ਰਾਗ ਨ ਦਵੈਸ ਮਿੱਤਰ ਨਹਿ ਬੈਰੀ। ਮਹਾਰਾਜ ਦੇ ਖਾਲਸਾ ਜੀ ਅੰਦਰ ਨਾ ਰਾਗ ਪ੍ਰੇਮ ਹੈ ਕਿਸੇ ਨਾਲ ਬਹੁਤਾ ਪ੍ਰੇਮ ਨਹੀਂ ਤੇ ਕਿਸੇ ਨਾਲ ਖਾਲਸਾ ਜੀ ਈਰਖਾ ਨਹੀਂ ਕਰਦੇ ਸੱਚੇ ਪਾਤਸ਼ਾਹ ਜੀ। ਸਦਾ ਆਨੰਦ ਪ੍ਰੇਮ ਰਸ ਪਾਗੇ। ਹਮੇਸ਼ਾ ਗੁਰੂ ਗਰੀਬ ਨਵਾਜ ਆਨੰਦ ਤੇ ਪ੍ਰੇਮ ਰਸ ਵਿੱਚ ਪਾਗੇ ਕਹੀਏ ਲੀਨ ਰਹਿੰਦੇ ਵੈ ਗੁਲਤਾਨ ਰਹਿੰਦੇ ਹਨ। ਸ਼੍ਰੀ ਨਾਨਕ ਜਸ ਸੋ ਨਿਤ ਲਾਗੇ। ਤੇ ਨਿਤਾ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਜਸ ਕੀਰਤੀ ਵਡਿਆਈ ਸੁਣਨ ਵਿੱਚ ਲੱਗੇ ਰਹਿੰਦੇ ਆ। ਗੋਰਖ ਆਦ ਸਿੱਧ ਵੱਡ ਪੂਰੇ। ਜਿਹੜੇ ਖਾਲਸੇ ਜੀ ਗੋਰਖਨਾਥ ਵਰਗੇ ਸਿੱਧ ਸੀਗੇ 84 ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹ ਗਿਆਨ ਚਰਚਾ ਕਰ ਖਾਲਸਾ ਜੀ ਜਿਨ੍ਹਾਂ ਨੂੰ ਜਿਹੜਾ ਵੈ ਉਹ ਸਮਤ ਬਖਸ਼ਿਸ਼ ਕੀਤੀ ਸੀ। ਇਧਰ ਜਿਹੜੇ ਸਿੱਧ ਤੋਂ ਆਦਿਕ ਜਿਹੜੇ ਆ ਗੋਰਖਨਾਥ ਤੋਂ ਆਦਿਕ ਮਛੰਦਰਨਾਥ ਵਰਗੇ ਹੋਰ ਸਿੱਧ ਸਨ। ਇੱਕ ਦਿਨ ਕਰ ਵਿਚਾਰ ਸਭ ਰੂਰੇ। ਇਹਨਾਂ ਨੇ ਜਿਹੜਾ ਨਾ ਸੁੰਦਰ ਵਿਚਾਰ ਕੀਤੀ ਰਲ ਕਰਕੇ। ਇੱਕ ਦਿਨ ਸਿੱਧਾਂ ਨੇ ਜਿੱਥੇ ਰਹਿੰਦੇ ਸੀਗੇ ਸੁਮੇਰ ਪਰਬਤ ਤੇ ਕਹਿ ਲੋ ਇੱਥੇ ਰਹਿੰਦਿਆਂ ਹੋਇਆਂ ਸਿੱਧਾਂ ਨੇ ਫਿਰ ਇੱਕ ਦੂਜੇ ਨਾਲ ਵਿਚਾਰਾਂ ਕੀਤੀਆਂ ਇਕੱਠੇ ਹੋ। ਸ਼੍ਰੀ ਨਾਨਕ ਗਾਦੀ ਪਰ ਜਾਨ। ਵੀ ਜਿਹੜੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਸਿੰਘਾਸਣ ਉੱਪਰ ਹਨ। ਕੈਸੋ ਅਹਿ ਬਿਲੋਕਹਿ ਤਾਨ। ਕਹਿੰਦੇ ਵੇਖੀਏ ਤਾਂ ਸਹੀ ਵੀ ਉਹ ਕਿਹੋ ਜਿਹੇ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਦੀ ਦੇ ਹੁਣ ਜਿਹੜੇ ਵਾਰਸ ਬਣੇ ਆ ਵੇਖੋ ਖਾਂ ਭਾਈ ਉਹ ਕਿਹੋ ਜਿਹੇ ਹਨ। ਆਪ ਸੋਹਤੇ ਮਹਿਦ ਮਹਿਆਨ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਸਰਬ ਕਲਾ ਆਪ ਤਾਂ ਸਮਰੱਥ ਸੀਗੇ ਸਾਰਿਆਂ ਤੋਂ ਵੱਡਿਆਂ ਤੋਂ ਵੱਡੇ ਸਨ। ਕਰ ਦਿਗ ਵਿਜੈ ਪੁੱਜੇ ਸਭ ਥਾਨ। ਸਭ ਪਾਸੇ ਪਹੁੰਚੇ ਸੀਗੇ ਤੇ ਦਿਗ ਵਿਜਈ ਹੋਏਗਾ ਸਭ ਨੂੰ ਗਿਆਨ ਚਰਚਾ ਵਿੱਚ ਹਰਾਇਆ ਸੀ।
ਪੀਰ ਨ ਮੀਰ ਅਰਿਓ ਨਹਿ ਆਗੇ। ਕਿਹੜਾ ਪੀਰ ਖਾਲਸਾ ਜੀ, ਪੀਰਾਂ ਦਾ ਕੋਈ ਪੀਰ ਹੋਵੇ ਦਸਤਗੀਰ ਵਰਗੇ, ਹੋਰ ਬੇਅੰਤ ਪੀਰ ਜਿਹੜੇ ਵਾ ਹਮਜਾ ਗੌਸ ਵਰਗੇ, ਤੇ ਜਾਂ ਜਿਹੜੇ ਮੀਰ ਕਹੀਏ ਪਾਤਸ਼ਾਹ ਲੋਕ ਬਾਬਰ ਵਰਗੇ, ਕੋਈ ਨਹੀਂ ਅੜਿਆ ਸੀ ਗੁਰੂ ਨਾਨਕ ਮਹਾਰਾਜ ਦੇ ਅੱਗੇ। ਹਾਰ ਸਰਬ ਚਰਣੀ ਤਿਨ ਲਾਗੇ। ਸਾਰੇ ਹਾਰ ਹਾਰ ਕੇ ਤੇ ਚਰਨਾਂ ਵਿੱਚ ਲੱਗ ਜਾਂਦੇ ਸੀ, ਮਹਾਰਾਜ ਦੇ ਚਰਨੀ ਢਹਿ ਪੈਂਦੇ। ਇਮ ਵਿਚਾਰ ਸਭ ਹੀ ਚੱਲ ਆਏ। ਇਹ ਵਿਚਾਰ ਜੀ ਕੀਤੀ ਜੋਗੀਆਂ ਨੇ ਵੀ ਹੁਣ ਕਿਹਨੂੰ ਗੁਰਤਾ ਦਿੱਤੀ ਵੇ, ਉਹ ਕਿਹੋ ਜਿਹਾ, ਕੀ ਉਹਨਾਂ ਵਿੱਚ ਵੀ ਇਹੋ ਜਿਹੀ ਸ਼ਕਤੀ ਵੇ ਪਰਖਣ ਵਾਸਤੇ ਖਾਲਸਾ ਜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਪਾਸ ਫਿਰ ਖਡੂਰ ਸਾਹਿਬ ਸਾਰੇ ਸਿੱਧ ਲੋਕ ਚੱਲ ਕੇ ਆਏ ਆ। ਸਤਿਗੁਰ ਕੋ ਨਿਜ ਦਰਸ ਦਿਖਾਏ। ਆਣ ਸਤਿਗੁਰਾਂ ਨੂੰ ਵਿਖਾਲੀ ਦਿੱਤੀ ਹੈ, ਪਹੁੰਚ ਗਏ ਖਡੂਰ ਸਾਹਿਬ। ਗੋਰਖ ਭਰਥਰ ਚਰਪਟ ਸਾਥ। ਜਿਹਦੇ ਵਿੱਚ ਗੋਰਖਨਾਥ ਹੈ, ਚਰਪਟ ਨਾਮੇ ਜੋਗੀ ਵੀ ਜਿਹੜਾ, ਤੇ ਭਰਥਰੀ ਜੋਗੀ ਵੀ ਨਾਲ ਹੈ। ਗੋਪੀ ਚੰਦ ਸੋ ਈਸਰ ਨਾਥ। ਗੋਪੀ ਚੰਦ ਜੋਗੀ, ਈਸ਼ਰ ਨਾਥ ਅਤੇ ਆਦਿਕ ਆਏ ਸਤਿਗੁਰ ਲੈਨ ਪ੍ਰਤੱਗਿਆ। ਹੋਰ ਬੇਅੰਤ ਜੋਗੀ ਸਿੱਧ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪ੍ਰਤੱਗਿਆ ਕਹੀਏ ਪ੍ਰੀਖਿਆ ਲੈਣ ਵਾਸਤੇ ਪਹੁੰਚੇ ਆ। ਆਏ ਪ੍ਰਤੀਤ ਭਰਮ ਔਰ ਭਗਿਆ। ਤੇ ਇਸ ਪ੍ਰਕਾਰ ਪਹੁੰਚ ਗਏ ਵੈ ਇੱਥੇ ਖਡੂਰ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਆਏ ਹੈ। ਤੇ ਆਏ ਪ੍ਰਤੀਤ ਭਰਮ ਔਰ ਭਗਿਆ ਵੀ, ਤਾਂ ਕਰਕੇ ਪ੍ਰਤੀਤੀ ਪੈ ਜਾਵੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਹੀ ਸਰੂਪ ਹਨ, ਹਿਰਦੇ ਵਿੱਚ ਭਰਮ ਨਾ ਰਹੇ। ਸ੍ਰੀ ਅੰਗਦ ਸਿੰਘਾਸਨ ਬੈਸੇ। ਇੱਧਰ ਜਦੋਂ ਆਏ ਵੈ ਤੇ ਗੁਰੂ ਨਾਨਕ ਅੰਗਦ ਪਾਤਸ਼ਾਹ ਮਹਾਰਾਜ ਜੀ ਹਜ਼ੂਰ ਸਿੰਘਾਸਣ ਤੇ ਜਿਹੜੇ ਵੈ ਉਹ ਇਸ ਪ੍ਰਕਾਰ ਸੁਭਾਏਮਾਨ ਹਨ। ਆਏ ਕਹੀ ਆਦੇਸ਼ ਆਦੇਸੇ। ਇਨਾ ਆ ਕੇ ਸਿੱਧਾਂ ਨੇ ਆਦੇਸ਼ ਹੋਵੇ ਮਹਾਰਾਜ ਨਮਸਕਾਰ ਹੋਵੇ ਕੀਤੀ ਹੈ। ਤਿਨ ਕੇ ਮਨ ਕੀ ਸਭ ਗੁਰ ਜਾਨੀ। ਇਧਰ ਪਾਤਸ਼ਾਹ ਜਾਣ ਗਏ ਆ ਵੀ ਇਹ ਸ਼ੰਕਾ ਰੱਖ ਕੇ ਸਾਨੂੰ ਪਰਖਣ ਵਾਸਤੇ ਆਏ ਹਨ। ਸਾਦਰ ਮਧਰ ਭਾਖ ਕਰ ਬਾਨੀ। ਫਿਰ ਵੀ ਮਹਾਰਾਜ ਜੀ ਇਹਨਾਂ ਦਾ ਸਿੱਧਾਂ ਦਾ ਸਤਿਕਾਰ ਕੀਤਾ ਤੇ ਬਹੁਤ ਸਤਿਕਾਰ ਸਹਿਤ ਬਚਨ ਕਹੇ ਆ। ਬੈਠਾਰੇ ਆਸਣ ਸਭ ਦਏ। ਸੋਹਣੇ ਵਿਛਾਈਆਂ ਕਰਵਾ ਕੇ ਮਹਾਰਾਜ ਨੇ ਸਿੱਧਾਂ ਨੂੰ ਵਾਸਣ ਦਿੱਤੇ, ਬੈਠਾਏ ਆ। ਗੋਰਖ ਆਦ ਪ੍ਰਸੰਨ ਮਨ ਭਏ। ਗੋਰਖ ਤੋਂ ਆਦ ਸਾਰੇ ਜਦੋਂ ਸੋਹਣਾ ਮਹਾਰਾਜ ਨੇ ਆਦਰ ਕੀਤਾ, ਵਿਛਾਈ ਵਾਲੇ ਆਸਣ ਦਿੱਤੇ ਤੇ ਸਿੱਧ ਬੜੇ ਖੁਸ਼ ਹੋਏ, ਮਹਾਰਾਜ ਦਾ ਸਤਿਕਾਰ ਕੀਤਾ ਵੇਖ। ਕਹੇ ਅਸ਼ਟਾਂਗ ਹੈ ਜੋਗ ਮਹਾਤਮ। ਤੇ ਗੋਰਖਨਾਥ ਕਹਿੰਦਾ ਵੈ ਹੇ ਗੁਰੂ ਅੰਗਦ ਪਾਤਸ਼ਾਹ ਜੀ, ਜਿਹੜਾ ਅਸ਼ਟਾਂਗ ਜੋਗ ਦੇ 8 ਅੰਗ ਮੰਨੇਗੇ, ਜਿਹੜੇ ਪ੍ਰਾਣਾਯਾਮ ਯਮ ਆਦਿਕ ਜਿਹੜੇ ਵੈ, ਇਹ ਜਿਹੜੇ ਮਹਾਰਾਜ ਜੀ ਜਿਹੜੇ 8 ਅੰਗ ਜੋਗ ਦੇ ਮੰਨੇਗੇ, ਇਹਨਾਂ ਦਾ ਬੜਾ ਮਹਾਤਮ ਬੜਾ ਫਲ ਹੁੰਦਾ ਹੈ। ਬਿਨਾ ਜੋਗ ਨਹਿ ਨਿਰਮਲ ਆਤਮ। ਤੇ ਜੋਗ ਕੀਤੇ ਬਿਨਾ ਮਹਾਰਾਜ ਜੀ ਆਤਮਾ ਨਿਰਮਲ ਨਹੀਂ ਹੁੰਦੀ। ਜਿੰਨਾ ਸਮਾਂ 8 ਜਿਹੜੇ ਵੈ ਉਹ ਯੋਗ ਦੇ 8 ਅੰਗਾਂ ਦੇ ਅਧਿਕਾਰੀ ਜਾਂ ਜਿਹੜੇ ਵੈ ਕਰਨ ਵਾਲੇ ਨਾ ਬਣੀਏ। ਪ੍ਰਥਮ ਸਕਲ ਜੇ ਭਏ ਮਹਾਨਾ। ਪਹਿਲਾਂ ਮਹਾਰਾਜ ਜਿੰਨੇ ਲੋਕ ਮਹਾਨ ਵੱਡੇ ਵੱਡੇ ਹੋਏ ਹਨ, ਬੜੇ ਪੂਜਨੀਕ ਲੋਕ, ਕਰ ਕਰ ਜੋਗ ਸੋ ਪਾਇਓ ਗਿਆਨਾ। ਉਹਨਾਂ ਸਾਰਿਆਂ ਨੇ ਜੋਗ ਕਰ ਕਰ ਕੀ ਬੜਾ ਗਿਆਨ ਪ੍ਰਾਪਤ ਕੀਤਾ ਸੀ। ਤੁਮ ਕਲਯੁਗ ਮਹਿ ਭੇ ਅਵਤਾਰ। ਇਹ ਹਜ਼ੂਰ ਜੀ ਤੁਸੀਂ ਕਲਯੁਗ ਦੇ ਅਵਤਾਰ ਹੋਏ ਹੋ। ਗੁਰਤਾ ਗਾਦੀ ਬੈਠ ਉਦਾਰ। ਤੇ ਉਦਾਰ ਵੱਡੀ ਗੁਰਤਾ ਗੱਦੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋ। ਜੋਗ ਜੁਗਤ ਨਹਿ ਪੰਥ ਤੁਮਾਰੇ। ਪਰ ਤੁਹਾਡੇ ਪੰਥ ਦੇ ਵਿੱਚ, ਤੁਹਾਡੇ ਮਹਾਰਾਜ ਗੁਰਮਤਿ ਵਿੱਚ ਜੋਗ ਦੀ ਜੁਗਤ ਨਹੀਂ ਕੋਈ, ਪਰ ਜੁਗਤ ਜੋਗ ਦਾ ਕੋਈ ਰਸਤਾ ਨਹੀਂ, ਜੋਗ ਨਹੀਂ ਕੋਈ ਕਰਨ ਦੀ ਕਿਰਿਆਦਕ ਦੱਸਦੇ ਤੁਸੀਂ ਤੁਹਾਡੇ ਘਰ ਅੰਦਰ। ਕਿਸ ਪ੍ਰਕਾਰ ਸਿੱਖ ਕਰਹਾ ਉਧਾਰੇ। ਤੇ ਜਦੋਂ ਤੁਸੀਂ ਮਹਾਰਾਜ ਜੋਗ ਦਾ ਰਸਤਾ ਨਾ ਆਪ ਅਪਣਾਇਆ, ਨਾ ਤੁਸੀਂ ਸਿੱਖਾਂ ਨੂੰ ਜੋਗ ਬਾਰੇ ਦੱਸਦੇ ਹੋ, ਤੇ ਜੋਗ ਦੇ 8 ਅੰਗਾਂ ਬਾਰੇ ਨਹੀਂ ਦੱਸਦੇ, ਦੱਸੋ ਤੁਸੀਂ ਸਿੱਖਾਂ ਦਾ ਕਿਵੇਂ ਭਲਾ ਕਰੋਗੇ, ਕਿਵੇਂ ਸੰਸਾਰ ਤੋਂ ਉਧਾਰੋਗੇ। ਬਿਨਾ ਜੋਗ ਸਿੱਧ ਹੱਥ ਨ ਆਵਤ। ਤੇ ਜੋਗ ਤੋਂ ਬਿਨਾ ਤਾਂ ਸਿੱਧੀਆਂ ਜਿਹੜੀਆਂ ਉਹ ਹੱਥ ਹੀ ਨਹੀਂ ਆਉਂਦੀਆਂ, ਕਦੇ ਸ਼ਕਤੀ ਨਹੀਂ ਪ੍ਰਾਪਤ ਹੋਵੇਗੀ। ਬਿਨਾ ਜੋਗ ਵਿਗਿਆਨ ਨ ਪਾਵਤ। ਇਹ ਕਹਿੰਦੇ ਆ ਵੀ ਜੋਗ ਤੋਂ ਬਿਨਾ ਜਿਹੜਾ ਵਿਸ਼ੇਸ਼ ਗਿਆਨ ਜਿਹੜਾ ਵੈ ਬ੍ਰਹਮ ਗਿਆਨ ਉਹ ਨਹੀਂ ਪ੍ਰਾਪਤ ਹੁੰਦਾ ਹੈ। ਗਿਆਨੀ ਸੰਤ ਅਨੇਕ ਜਗ ਭਏ। ਜਿੰਨੇ ਗਿਆਨੀ ਲੋਕ ਸੰਤ ਮਹਾਤਮਾ ਜਗ ਵਿੱਚ ਬਹੁਤ ਹੋਏ ਐ। ਜੋਗ ਸਾਧ ਸੋ ਪਰਮ ਪਦ ਲਏ। ਉਹਨਾਂ ਜੋਗ ਸਾਧਨਾ ਸਾਧ ਕੇ ਤੇ ਪਰਮ ਪਦਵੀ ਪ੍ਰਾਪਤ ਕੀਤੀ। ਸੁਣ ਸ੍ਰੀ ਅੰਗਦ ਆਸਾ ਤਾਹੀ। ਜਦੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਇਹਨਾਂ ਸਿੱਧਾਂ ਦਾ ਆਸ਼ਾ ਸੁਣਿਆ ਹੈ, ਇਹਨਾਂ ਦੀ ਮਨਸਾ ਸੁਣੀ ਹੈ। ਕਹਿਣ ਲੱਗੇ ਆਪ ਸਮਾ ਸੋ ਨਾਹੀ। ਗਰੀਬ ਨਿਵਾਜ ਕਹਿੰਦੇ ਸਿੱਧੋ ਹੁਣ ਭਾਈ ਯੋਗ ਕਰਨ ਦਾ ਇਹ ਸਮਾਂ ਨਹੀਂ ਹੈ। ਭਗਤ ਜੋਗ ਹੈ ਮਤੋ ਹਮਾਰਾ। ਸਾਡਾ ਮਤ ਸਿਧਾਂਤ ਤਾਂ ਭਗਤੀ ਯੋਗ ਹੈ, ਸਿੱਖਾਂ ਨੂੰ ਇਹੀ ਦੱਸਦੇ ਹਾਂ। ਸਿੱਧਾਂ ਸਰਬ ਰਹਿ ਦਰਬਾਰਾ। ਤੇ ਇਸ ਪ੍ਰਕਾਰ ਜਿਹੜਾ ਇਹ ਸਾਡਾ ਯੋਗ ਹੈ।
ਤੋ ਇਹ ਜਿਹੜੇ ਜਿਹੜੇ ਸਿੱਧਾਂ ਸਰਵਰ ਹੈ ਦਰਬਾਰਾ, ਇਹ ਭਗਤੀ ਯੋਗ ਨਾਲ ਹੀ ਜਿਹੜਾ ਨਾ ਸਾਰੀਆਂ ਰਿੱਧੀਆਂ ਸਿੱਧੀਆਂ ਸਾਡੇ ਦਰਬਾਰ ਤੇ ਖੜੀਆਂ ਰਹਿੰਦੀਆਂ ਹਨ। ਆਤਮ ਗਿਆਨ ਭਗਤ ਹੀ ਦੇਤ, ਤੇ ਜਿਹੜੀ ਭਗਤ ਹੈ ਨਾ ਉਹੀ ਆਤਮ ਗਿਆਨ ਦਿੰਦੀ ਵੈ। ਆਤਮ ਗਿਆਨ ਭਗਤ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ ਹੈ। ਭਗਤ ਕਰਤ ਸਭ ਹੀ ਸੁਖ ਲੇਤ, ਤੇ ਭਗਤ ਕਰਕੇ ਜਿਹੜਾ ਹੈ ਨਾ ਉਹ ਕੀ ਵੈ ਕਿ ਭਗਤੀ ਕਰਕੇ ਸਾਰੇ ਸੁੱਖ ਲੈਂਦਾ ਜੀਵ। ਆਤਮਾ ਆਨੰਦ ਜਿਹੜਾ ਉਹ ਭਗਤੀ ਤੋਂ ਹੀ ਪ੍ਰਾਪਤ ਹੁੰਦਾ ਹੈ। ਨਾਮ ਆਸਰੈ ਤੁਮ ਜੋਗ ਤੁਮਾਰਾ, ਤੇ ਨਾਮ ਕਰਕੇ ਭਗਤੀ ਹੈ। ਭਗਤੀ ਕਹਿ ਲੋ, ਨਾਮ ਕਹਿ ਲੋ, ਨਾਮ ਵਿੱਚ ਭਗਤੀ ਵਿੱਚ ਹੀ ਸਾਰੇ ਸੁੱਖ ਹਨ। ਤੇ ਮਾਰੇ ਕਹਿੰਦੇ ਸਿੱਧੋ ਤੁਹਾਡਾ ਜਿਹੜਾ ਯੋਗ ਵੈ ਨਾ, ਯੋਗ ਸਾਧਨ, ਇਹ ਵੀ ਨਾਮ ਦੇ ਆਸਰੇ ਹੀ ਹੈ। ਨਾਮ ਦੇ ਆਸਰੇ ਇਹ ਟਿਕਿਆ ਹੋਇਆ ਹੈ। ਸੋ ਸਤ ਨਾਮ ਹਮਹ ਕੋ ਪਿਆਰਾ, ਤੇ ਉਹ ਜਿਹੜਾ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਉਹ ਸਾਨੂੰ ਪਿਆਰਾ ਹੈ। ਤੋ ਜਿਵੇਂ ਖਾਲਸਾ ਜੀ ਇੱਕ ਜਿਹੜਾ ਵੈ ਅਗਰਬਤ ਯੋਗ ਹੁੰਦੇ ਵੈ, ਇਸ ਇੱਕ ਸਾਧ ਸੰਗਤ ਜੀ ਜਿਹੜਾ ਵੈ ਸਗਰਬਤ ਯੋਗ ਕਹਿ ਦਿੰਦੇ ਵੈ। ਅਗਰਬਤ ਯੋਗ ਹੁੰਦੇ ਵੈ ਜਿਹਦੇ ਵਿੱਚ ਪ੍ਰਾਣਾਯਾਮ ਜਾਂ ਹਠੀ ਹੋ ਕੇ ਤਪ ਕਰਦੇ ਵੈ। ਸਗਰਬਤ ਯੋਗ ਹੁੰਦਾ ਜਿਹਦੇ ਵਿੱਚ ਖਾਲਸਾ ਜੀ ਨਾਲ ਨਾਮ ਵੀ ਹੋਵੇ। ਕੋਈ ਸਮਾਧੀ ਲਾ ਕਰਕੇ ਜ਼ਰੂਰ ਬੈਠੇ ਪਰ ਕੱਲੀ ਸਮਾਧੀ ਨਹੀਂ, ਜਿਹਦੇ ਵਿੱਚ ਨਾਮ ਨਹੀਂ ਤਾਂ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੋਈ ਰਾਮ ਰਾਮ ਕਹਿ ਲਵੇ, ਇੱਕੋ ਹੀ ਗੱਲ ਵੈ। ਤੋ ਉਹ ਵਾਹਿਗੁਰੂ 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 ਕਰਨਾ ਨਾਲ ਖਾਲਸਾ ਜੀ ਸਮਾਧੀ ਲਾਉਣੀ, ਇਹਨੂੰ ਸਗਰਬਤ ਯੋਗ ਕਹਿੰਦੇ ਵੈ। ਤੋ ਇਹ ਮਹਾਰਾਜ ਕਹਿੰਦੇ ਤੁਹਾਡਾ ਯੋਗ ਵੀ ਜਿਹੜਾ ਵੈ ਇਹ ਯੋਗ ਸਾਧਨ ਇਹ ਨਾਮ ਦੇ ਸਿਰ ਤੇ, ਉਹੀ ਨਾਮ ਸਾਨੂੰ ਬੜਾ ਪਿਆਰਾ ਹੈ। ਤਨ ਸਾਧਨ ਹੈ ਤੇ ਜੋਗ ਕਮਾਵਹ, ਤੁਸੀਂ ਸਰੀਰ ਨੂੰ ਸਾਧਨ ਵਾਸਤੇ ਸਾਰੇ ਯੋਗ ਕਮਾਉਂਦੇ ਹੋ, ਯੋਗ ਕਰਦੇ ਹੋ। ਪੁਨ ਮਤ ਜੀਤਾ ਪੁਨ ਮਨ ਜੀਤਾ ਨੀਠ ਟਿਕਾਵਹ, ਤੇ ਫਿਰ ਕੀ ਕਰਦੇ ਹੋ? ਫਿਰ ਮਨ ਜਿੱਤਦੇ ਹੋ ਤੇ ਉਹਨੂੰ ਜਿਹੜਾ ਵਾ ਸਨੇ ਸਨੇ ਹੌਲੀ ਹੌਲੀ ਜਿਹੜਾ ਵਾ ਮਸਾਂ ਮਸਾਂ ਟਿਕਾਉਂਦੇ ਹੋ। ਸਿੱਧ ਆਏ ਤਬ ਠਾਡੀ ਹੋਏ, ਜਦੋਂ ਤੁਸੀਂ ਸਰੀਰ ਨੂੰ ਸਾਧਨ ਵਾਸਤੇ ਪਹਿਲਾਂ ਯੋਗ ਕਮਾਉਂਦੇ ਹੋ, ਜਦੋਂ ਸਰੀਰ ਸਾਧਿਆ ਜਾਂਦਾ ਫਿਰ ਤੁਸੀਂ ਹੌਲੀ ਹੌਲੀ ਜਿਹੜੀ ਵਾ ਮਨ ਨੂੰ ਟਿਕਾਉਂਦੇ ਹੋ। ਅਰੇ ਥੋੜਾ ਥੋੜਾ ਮਸਾਂ ਹੀ ਮਨ ਟਿਕਦਾ, ਉਹਨੇ ਚਿਰ ਨੂੰ ਤੁਹਾਨੂੰ ਸਿੱਧੀਆਂ ਮਿਲ ਜਾਂਦੀਆਂ ਹਨ ਸ਼ਕਤੀਆਂ। 300 ਪਰਚੋ ਤੁਮਰੋ ਜੋਏ, ਤੇ ਤੁਹਾਡਾ ਮਨ ਜਿਹੜਾ ਟਿਕਣਾ ਕਾਹਦਾ ਵਾ, ਉਹ ਸਿੱਧੀਆਂ ਨਾਲ ਪਰਚ ਜਾਂਦਾ। ਤੁਸੀਂ ਉਹ ਸਿੱਧੀਆਂ ਵਿਖਾਉਣ ਦੇ ਚੱਕਰ ਵਿੱਚ ਜਾ ਪੈਂਦੇ ਹੋ। ਬੈਸ ਵਧਾਵਣ ਆਦਿਕ ਰਾਚੇ, ਉਹ ਸਿੱਧੀਆਂ ਦੇ ਬਲ ਸਦਕਾ ਤੁਸੀਂ ਜਿਹੜਾ ਵਾ ਆਪਦੀ ਉਮਰ ਵਧਾਉਂਦੇ ਹੋ, ਉਮਰ ਵਧਾਉਣ ਵਿੱਚ ਹੀ ਲੱਗੇ ਰਹਿੰਦੇ ਹੋ। ਜਗ ਦਿਖ ਰਾਏ ਮਾਨ ਕੋ ਜਾਚੇ, ਤੇ ਜਗ ਵਿੱਚ ਆਪਦਾ ਵਿਖਾਵਾ ਪ੍ਰਦਰਸ਼ਨ ਕਰਨ ਵਾਸਤੇ ਆਪਦਾ ਮਾਣ ਦੀ ਇੱਛਾ ਰੱਖ ਕੇ ਤੇ ਸਿੱਧੀਆਂ ਸੰਸਾਰ ਨੂੰ ਵਿਖਾਉਂਦੇ ਹੋ, ਡਰਾਉਂਦੇ ਧਮਕਾਉਂਦੇ ਹੋ। ਜਾਂ ਤੇ ਰਹੋ ਅਨਾਤਮ ਮਾਹੀ, ਤੇ ਜਿਸ ਕਰਕੇ ਤੁਸੀਂ ਅਣ ਨਹੀਂ ਹੈ ਆਤਮਾ, ਜਿੱਥੇ ਉੱਥੇ ਹੀ ਰਹਿ ਜਾਂਦੇ ਜੇ। ਭਾਵ ਕਿ ਆਤਮ ਵਿੱਚ ਨਹੀਂ ਤੁਹਾਡਾ ਪ੍ਰਵੇਸ਼ ਹੁੰਦਾ, ਤੁਹਾਡੀ ਬਿਰਤੀ ਦਾ ਅਨਾਤਮ। ਆ ਸਰੀਰ ਵੀ ਅਨਾਤਮ ਹੈ, ਇੰਦਰੇ ਵੀ ਅਨਾਤਮ ਹੈ, ਨਹੀਂ ਅਨ ਨਹੀਂ ਹੈ ਆਤਮਾ। ਤੇ ਅਨਾਤਮ ਵਿੱਚ ਹੀ ਤੁਸੀਂ ਪਰਚੇ ਰਹਿੰਦੇ ਹੋ, ਸਿੱਧੀਆਂ ਵਿੱਚ ਜਾਂ ਸਰੀਰ ਦੀ ਲੰਮੀ ਆਰਜਾ ਕਰ ਲਈ, ਜੇ 100 ਵਰਿਆ ਜੀਵਨਾ ਭੀਤਨ ਹੋਸੀ ਖੇਹ, ਇਹੋ ਜਿਹੇ ਵਿੱਚ ਤੁਸੀਂ ਪਰਚ ਲੈਂਦੇ ਹੋ। ਆਤਮਾ ਨਹੀਂ, ਅਨਾਤਮ ਵਿੱਚ ਪਰਚ ਲੈਂਦੇ ਹੋ। ਬ੍ਰਹਮਾਤਮ ਕੋ ਜਾਣਨਾ ਨਹੀਂ, ਜਿਹੜੀ ਬ੍ਰਹਮ ਆਤਮ ਹੈ ਜਾਂ ਆਤਮ ਸਵੈੰ ਆਪਦਾ ਜਿਹੜਾ ਬ੍ਰਹਮ ਰੂਪ ਹੈ ਉਹਨੂੰ ਤੁਸੀਂ ਨਹੀਂ ਜਾਣ ਪਾਉਂਦੇ ਹੋ। ਜੋਗ ਜੁਗਤ ਤੇ ਛੂਛੇ ਰਹੇ, ਜੋਗ ਜੁਗਤ ਤੋਂ ਛੂਛੇ, ਜਿਹੜੀ ਜੁਗਤੀ ਵਾਲਾ ਜੋਗ ਹੈ ਅਸਲ ਵਿੱਚ ਜੋਗ ਕਹੀਏ ਜੁੜਨ ਦੀ ਜੁਗਤ ਤੋਂ ਤੁਸੀਂ ਛੂਛੇ ਰਹਿ ਜਾਂਦੇ ਹੋ, ਤੁਸੀਂ ਖਾਲੀ ਹੀ ਰਹਿੰਦੇ ਹੋ। ਆਤਮ ਕੋ ਰਸ ਨਾਹਿਨ ਲਹੇ, ਤੇ ਆਤਮਾ ਦਾ ਰਸ ਤੁਹਾਨੂੰ ਕਦੇ ਪ੍ਰਾਪਤ ਨਹੀਂ ਹੁੰਦਾ। ਜਿਮ ਸ਼੍ਰੀ ਨਾਨਕ ਜੋਗ ਬਖਾਨਾ, ਜਿਹੋ ਜਿਹਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਯੋਗ ਦਾ ਰਸਤਾ ਦੱਸਿਆ ਹੈ, ਸੋ ਹਮ ਕਰਹਿ ਸੁਨਾ ਤੁਮ ਕਾਨਾ। ਮਾਰੇ ਕਹਿੰਦੇ ਉਹ ਸੁਣੋ ਗੁਰੂ ਨਾਨਕ ਪਾਤਸ਼ਾਹ ਜੀ ਕਿਸ ਨੂੰ ਯੋਗ, ਕਿਹੜਾ ਰਸਤਾ ਯੋਗ ਦਾ ਦੱਸਦੇ ਵੈ ਸ਼੍ਰੇਸ਼ਟ, ਉਹ ਭਾਈ ਤੁਸੀਂ ਕੰਨਾਂ ਰਾਹੀਂ ਸੁਣਨਾ ਕਰੋ। ਸ਼੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ, ਘਰ ਸਤਵਾ ਇਕ ਓੰਕਾਰ ਸਤਿਗੁਰ ਪ੍ਰਸਾਦ। ਵਸਤੂ ਨਿਰਦੇਸ਼ਕ ਮੰਗਲ ਇੱਕ ਅਦੁੱਤੀ ਓੰਕਾਰ ਸਮੂਹ ਦਾ ਪ੍ਰਕਾਸ਼ਕ, ਸਤ ਨਾਸ਼ ਤੋਂ ਰਹਿਤ ਗੁਰ ਜੜਾ ਵੈ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ। ਜੋਗ ਨਾ ਖਿੰਥਾ ਜੰਗ ਨਾ ਡੰਡਾ, ਜੋਗ ਨਾ ਖਿੰਥਾ ਜੋਗ ਨਾ ਡੰਡਾ। ਤੋ ਗਰੀਬ ਨਵਾਜ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਫਿਰ ਦੱਸ ਦੇਵੇ। ਕਹਿੰਦੇ ਸਿੱਧੋ ਮਹਾਰਾਜ ਨੇ ਤਾਂ ਆਹ ਦੱਸਿਆ, ਜੋਗ ਨਾ ਖਿੰਥਾ ਗਲ ਵਿੱਚ ਸਾਧ ਸੰਗਤ ਜੀ ਉਹ ਜਿਹੜੀ ਪਾ ਲੈਣੀ ਜਿਹੜੀ ਵਾ ਗੋਦੜੀ ਪਹਿਨਣ ਨਾਲ ਜੋਗ ਜੁੜਿਆ ਨਹੀਂ ਜਾਂਦਾ। ਜੋਗ ਨਾ ਡੰਡਾ, ਕਈ ਡੰਡਾ ਹੱਥ ਵਿੱਚ ਫੜ ਕਰਕੇ ਜਿਹੜੇ ਰਟਨ ਕਰਨੇ ਵਾ ਜਾਂ ਮੋਢਿਆਂ ਤੇ ਜੋਗੀ ਪਾਈ ਫਿਰਦੇ ਵਾ।
ਤੋ ਇਸ ਦੇ ਨਾਲ ਵੀ ਜਿਹੜਾ ਜੋਗ ਕਹੀਏ ਪਰਮੇਸ਼ਰ ਨਾਲ ਜੁੜਿਆ ਨਹੀਂ ਜਾਂਦਾ ਹੈ। ਜੋਗ ਨਾ ਭਸਮ ਤੇ ਚੜਾਈਐ, ਜੇ ਸਰੀਰ ਤੇ ਉਹ ਭਸਮ ਜੀ ਚੜਾ ਲੈਣੀ, ਸਰੀਰ ਦੇ ਉਹ ਅੰਗੂਠੇ ਤੋਂ ਲੈ ਕਰਕੇ ਸਰੀਰ ਦੀ ਚੋਟੀ ਤੱਕ ਸਾਰਾ ਜਿਹੜਾ ਵਾ ਸਰੀਰ ਜਿਹੜਾ ਵੇ ਉਹ ਭਸਮ ਭੂਤ ਕਰ ਲੈਣਾ, ਇਹਦੇ ਨਾਲ ਸੁਆਹ ਚੜਾ ਕੇ ਵੀ ਜੋਗ ਕਹੀਏ ਜੁੜਿਆ ਨਹੀਂ ਜਾਂਦਾ। ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਨਾ ਹੀ ਜੋਗ ਕੰਨ ਪਾੜ ਕੇ ਮੁੰਦਰਾਂ ਪਾ ਲਓ, ਇਹਦੇ ਨਾਲ ਵੀ ਜੋਗ ਕਹੀਏ ਜੁੜਿਆ ਨਹੀਂ ਜਾਂਦਾ ਪਰਮੇਸ਼ਰ ਨਾਲ। ਮੂੰਡ ਮੁੰਡਾਈ ਹੈ, ਤੇ ਜੇ ਖਾਲਸਾ ਜੀ ਮੂੰਡ ਮੁੰਡਾਇਆ, ਜੇ ਉਹ ਜਿਹੜਾ ਵਾ ਸਿਰ ਜਿਹੜੇ ਵਾ ਸਿਰ ਦੇ ਕੇਸ ਜੋ ਮੁੰਡਨ ਕਰਵਾਉਂਦੇ ਨਾ ਤੀਰਥਾਂ ਤੇ ਜਾ ਕੇ, ਕਈ ਮਾਰੇ ਕਹਿੰਦੇ ਭਾਈ ਉਹ ਤੀਰਥੀ ਜਾ ਕੇ ਜੇ ਉਹ ਮੁੰਡਨ ਕਰਵਾਇਆ ਜੋਗ ਜੁੜਿਆ ਜਾ ਸਕਦਾ ਹੋਵੇ, ਤੇ ਹੁਣ ਨੂੰ ਤਾਂ ਕਈ ਜਿਹੜੇ ਵਾ ਜਿਹੜੀ ਮੁਕਤੀ ਭੇਡ ਨਾ ਗਈਆ ਕਾਈ, ਮੂੰਡ ਮੁੰਡਾਇਆ ਜਾਓ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ, ਭੇਡਾਂ ਨਾ ਮੁਕਤ ਹੋ ਜਾਂਦੀਆਂ। ਤੋ ਜੇ ਇਹ ਕੇਸ ਕਟਾਇਆ ਮੁੰਡਨ ਕਰਵਾਇਆ ਹੀ ਜੋਗ ਕਹੀਏ ਜੁੜਿਆ ਜਾਂਦਾ, ਇਹ ਵੀ ਨਹੀਂ ਜੁੜਿਆ ਜਾਂਦਾ ਹੈ। ਜੋਗ ਨਾ ਸਿੰਘੀ ਵਜਵਾਈਐ, ਤੇ ਜੋਗ ਦਾ ਅਰਥ ਖਾਲਸਾ ਜੀ ਜੋੜ ਲੈਣਾ, ਜੋਗ ਦਾ ਅਰਥ ਹੁੰਦਾ ਹੀ ਜੋੜ ਵੈ, ਜੋੜ ਤੋਂ ਭਾਵ ਪਰਮੇਸ਼ਰ ਦੇ ਨਾਲ ਜੋੜ ਪੈਣਾ। ਨਾ ਸਿੰਘੀ ਵਾਈ ਉਹ ਸਿੰਘ ਜੇ ਦੀ ਜਿਹੜੀ ਵਾ ਉਹ ਸਾਜ਼ ਬਣਾ ਕਰਕੇ ਉਹਦੇ ਵਿੱਚ ਫੂਕਾਂ ਮਾਰਨੀਆਂ, ਉਹ ਕਈ ਸਿੰਘੀ ਵਜਾਉਂਦੇ ਵਾ, ਤੋ ਉਹ ਸਿੰਘੀ ਵਜਾਇਆ ਵੀ ਜਿਹੜਾ ਜੋਗ ਕਹੀਏ ਜੁੜਿਆ ਨਹੀਂ ਜਾਂਦਾ। ਅੰਜਨ ਮਾਹਿ ਨਿਰੰਜਨ ਰਹੀਐ, ਫਿਰ ਸਿੱਧਾ ਬੇਨਤੀ ਕੀਤੀ ਮਹਾਰਾਜ ਕਿਵੇਂ ਜੁੜੀਦਾ? ਗਰੀਬ ਨਿਵਾਜ ਕਹਿੰਦੇ ਅੰਜਨ ਮਾਹਿ ਨਿਰੰਜਨ ਰਹੀ ਹੈ। ਜਿਹੜੀ ਅੰਜਨ ਖਾਲਸਾ ਜੀ ਮਾਇਆ ਰੂਪੀ ਅੰਜਨ ਕਾਲਖ ਨੂੰ ਕਹਿੰਦੇ ਵੇ, ਜਿਹੜੀ ਮਾਇਆ ਰੂਪੀ ਇਹ ਅੰਜਨ ਕਾਲਖ ਹੈ ਨਾ ਸੰਸਾਰ ਵਿੱਚ, ਇਹਦੇ ਮਾਹੇ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਰਹੀਏ, ਨਿਰਰਹਿਤ ਰਹੀਏ ਮਾਇਆ ਤੋਂ ਕਾਲਖ ਤੋਂ। ਜੈਸੇ ਜਲ ਮਹਿ ਕਮਲ ਅਲਿਪਤੋ, ਜਿਵੇਂ ਜਲ ਜਿਹੜੇ ਵਿੱਚ ਖਾਲਸਾ ਜੀ ਉਹ ਜਲ ਵਿੱਚ ਕਮਲ ਰਹਿੰਦਾ ਨਾ, ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਪਾਣੀ ਪਾਉਂਦਾ ਨਹੀਂ, ਇਸੇ ਤਰ੍ਹਾਂ ਸੰਸਾਰ ਵਿੱਚ ਜਿਹੜੀ ਅੰਜਨ ਕਾਲ ਸਰੂਪ ਮਾਇਆ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਰਹਿਣਾ, ਮਾਇਆ ਤੋਂ ਨਿਰਲੇਪ ਜੋ ਰਹਿਣਾ ਹੈ। ਜੋਗ ਜੁਗਤ ਇਵ ਪਾਈਐ, ਤੇ ਅਰਥ ਵਾਸਤੇ ਜੁਗਤ ਜੋਗ ਇਵ ਪਾਈਐ, ਜੁਗਤੀ ਦੇ ਨਾਲ ਜੋਗ ਇਵ ਜੁਗਤ ਜੋਗ ਪਾਈਐ। ਇਸ ਜੁਗਤ ਕਹੀਏ ਜੁਗਤੀ ਨਾਲ ਤਰਕੀਬ ਨਾਲ ਜੋਗ ਪਾਈਐ, ਪਰਮੇਸ਼ਰ ਦੇ ਨਾਲ ਜੋੜ ਪਾਏ ਆਉਂਦਾ ਹੈ। ਗੱਲੀ ਜੋਗ ਨਾ ਹੋਈ, ਸਿੱਧੋ ਕੱਲੀਆਂ ਗੱਲਾਂ ਦੇ ਨਾਲ ਭਾਈ ਜੋਗ ਨਹੀਂ ਹੁੰਦਾ, ਗੱਲਾਂ ਦੇ ਨਾਲ ਨਹੀਂ ਜੁੜਿਆ ਜਾਂਦਾ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਕੀ ਫਿਰ ਕਰੀਏ ਮਹਾਰਾਜ? ਫਿਰ ਕੀ ਕਰਨਾ ਚਾਹੀਦਾ? ਗਰੀਬ ਨਿਵਾਜ ਕਹਿੰਦੇ ਏਕ ਦ੍ਰਿਸ਼ਟ, ਜਿਹੜੀ ਇੱਕੋ ਇੱਕ ਦ੍ਰਿਸ਼ਟੀ ਰੱਖਣੀ, ਕਿਹੜੀ? ਸੰਸਰ ਜਾਣੈ, ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਜਿਹੜਾ ਵਾ ਸਭੈ ਕਟ ਰਾਮ ਮੋਲੈ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ, ਰੇ ਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਕ ਦ੍ਰਿਸ਼ਟੀ ਸਭ ਸੰਸਾਰ ਵਿੱਚ ਪਰਮੇਸ਼ਰ ਨੂੰ ਇੱਕੋ ਜਿਹਾ ਵੇਖਣਾ। ਜੋਗੀ ਕਹੀਐ ਸੋਈ, ਉਹ ਜੋਗੀ ਕਹਾਉਣ ਦਾ ਭਾਈ ਹੱਕਦਾਰ ਹੈ, ਉਹ ਜੋਗੀ ਕਹੀਏ ਜੁੜਿਆ ਹੋਇਆ ਹੈ ਪਰਮੇਸ਼ਰ ਨਾਲ। ਰਹਾਉ ਜੋਗ ਨਾ ਬਾਹਰ ਮੜੀ ਮਸਾਣੀ, ਜੇ ਮੜੀਆਂ ਵਿੱਚ ਜਾ ਕੇ ਮਸਾਨ ਭੂਮ ਵਿੱਚ ਕੋਈ ਜਾ ਕੇ ਬੈਠਾ ਰਵੇ, ਉਹ ਵੀ ਜੋਗ ਨਾ, ਉਹ ਵੀ ਜੋਗ ਨਹੀਂ ਹੈ, ਸ਼੍ਰੇਸ਼ਟ ਨਹੀਂ, ਅਥਵਾ ਜੋਗ ਨਾ ਜੁੜਿਆ ਨਹੀਂ ਜਾਂਦਾ ਭਾਈ। ਆ ਮੜੀਆਂ ਵਿੱਚ ਜਾ ਕੋਈ ਖਾਲਸਾ ਜੀ ਚਲੀਸੇ ਕੱਟਦੇ ਫਿਰਦੇ, ਕਈ ਉਹ ਖੋਪੜੀਆਂ ਦੇ ਖੂਨ ਪਾ ਪਾ ਕੇ ਤੋ ਚਲੀਸੇ ਕੱਟਨੇ ਆ ਮੜੀਆਂ ਵਿੱਚ ਜਾ ਜਾ ਕੇ, ਜਾਂ ਖਾਲਸਾ ਜੀ ਮੜੀ ਤੋਂ ਕਹਿ ਲੋ ਜਿਹੜੀ ਪੂਜਣਾ ਮੜੀ ਪੂਜ ਵੀ, ਇਹ ਜੋਗ ਨਾ ਹੋ, ਪਰਮੇਸ਼ਰ ਨਾਲ ਜੋੜ ਨਹੀਂ ਪੈਂਦਾ। ਕਈ ਖਾਲਸਾ ਜੀ ਇੱਥੇ ਉਹ ਸਮਝਦੇ ਵੈ ਵੀ ਜਿਹੜੇ ਪੀਰ ਵੈ ਤੇ ਗੁਰੂ ਗ੍ਰੰਥ ਸਾਹਿਬ ਖਰੇ ਇੱਕੋ ਹੀ ਹੈ। ਇੱਥੇ ਕਈ ਵਾਰੀ ਕਹਿੰਦੇ ਆ ਕੇ ਆਖੇ ਜੀ ਇੱਕੋ ਹੀ ਗੱਲ ਵੈ, ਉਹ ਦਰ ਤੇ ਆਖੇ ਉਹ ਪੀਰਾਂ ਦਾ ਦਰ ਤੇ ਆਖੇ ਖਾਲਸਾ ਜੀ ਨਹੀਂ। ਪੀਰ ਖਾਲਸਾ ਜੀ ਜਿਹੜੇ ਵਾ ਇਥੋਂ ਵੱਡਾ ਖਾਲਸਾ ਜੀ ਕਿਹੜਾ ਪੀਰ ਹੈ? ਪੀਰਾਂ ਦੇ ਪੀਰ ਹਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹ ਖਾਲਸਾ ਜੀ ਸੱਚੇ ਪਾਤਸ਼ਾਹ ਦੇ ਦਰਬਾਰ ਨੂੰ ਉਸ ਦਰਬਾਰ ਦੇ ਨਾਲ ਨਾ ਰਲਾਇਆ ਜਾਵੇ। ਇਹ ਤਾਂ ਖਾਲਸਾ ਜੀ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ ਨਿਹਚਲ ਚੌਰ ਛੱਤ। ਤੋ ਇਹ ਜਿਹੜਾ ਵਾ ਗੁਰੂ ਗਰੀਬ ਨਿਵਾਜ ਦਾ ਪਾਵਨ ਦਰਬਾਰ ਰਹੋ ਵਿਚਾਰ। ਮਹਾਰਾਜ ਕਹਿੰਦੇ ਭਾਈ ਮੜੀ ਮਸਾਣੀ ਵਿੱਚ ਵੀ ਜਾ ਚਲੀਸੇ ਕੱਟਨੇ ਆਦਿਕ ਜਿਹੜੇ ਕਰਮ ਕਾਂਡ ਨਾਲ ਵੀ ਜੋਗ ਨਹੀਂ ਪ੍ਰਾਪਤ ਹੁੰਦਾ, ਪਰਮੇਸ਼ਰ ਨਾਲ ਨਹੀਂ ਜੁੜਿਆ ਜਾਂਦਾ। ਜੋਗ ਨਾ ਤਾੜੀ ਲਾਈਐ, ਤੇ ਜੋਗ ਜਿਹੜਾ ਵਾ ਨਹੀਂ ਉਤਾੜੀ, ਕਈ ਉਹ ਸਾਜ਼ ਜਾਂ ਵਜਾਉਣੇ ਜਿਹੜੇ ਵਾ ਤਾੜੀ ਸਮਾਧੀ ਨੂੰ ਵੀ ਕਹਿੰਦੇ ਵਾ, ਉਹ ਸਮਾਧੀ ਲਾ ਕੇ ਨਾਮ ਤੋਂ ਬਿਨਾਂ ਲਾਈ ਸਮਾਧੀ ਨਾਲ ਵੀ ਜੋਗ ਜੋੜ ਨਹੀਂ ਪੈਂਦਾ ਪਰਮੇਸ਼ਰ ਨਾਲ। ਜੋਗ ਨਾ ਦੇਸ਼ ਦੇ ਸੰਤਰ ਭਵਿਆ, ਤੇ ਨਹੀਂ ਜੁੜਿਆ ਜਾਂਦਾ ਜੇ ਦੇਸ਼ ਦੇ ਸੰਤਰ ਉਹ ਕਈ ਡਾਂਗ ਤੇ ਡੇਰਾ ਰੱਖਦੇ ਵਾ, ਕਹਿੰਦੇ ਕਿ ਜਿੰਨੀ ਭੂਮੀ ਦਾ ਹੁਣ ਰਟਨ ਕਰ ਲੋ ਅਗਲੇ ਜਨਮ ਵਿੱਚ ਇੰਨੀ ਭੂਮੀ ਦਾ ਰਾਜ ਮਿਲਦਾ ਵਾ। ਇਹ ਪੁਰਾਣਾ ਸ਼ਾਸਤਰਾਂ ਵਿੱਚ ਐਉਂ ਲਿਖਿਆ ਵਾ।
ਤੋ ਇਹ ਖਾਲਸਾ ਜੀ ਮਹਾਰਾਜ ਕਹਿੰਦੇ ਨਹੀਂ ਭਾਈ, ਨਹੀਂ ਜੁੜਿਆ ਜਾਂਦਾ ਪਰਮੇਸ਼ਰ ਨਾਲ। ਗ੍ਰਹਿ ਚ ਬਨਖੰਡ ਜਾਈਆ ਚੁਨ ਖਾਈਆ ਕੰਦਾ, ਅਜੋ ਵਿਕਾਰ ਨਾ ਛੋੜਾ ਹੀ ਪਾਪੀ ਮਨ ਮੰਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਵੀ ਦੇਸਾਂ ਵਿਦੇਸਾਂ ਦੀ ਜਿਹੜੀ ਵੈ ਨਾ ਦੇਸ਼ ਫਲੇ ਨਾ ਵਿਦੇਸ਼ ਫਲੇ, ਇਹ ਵੀ ਭਾਈ ਫਲ ਦੇਣ ਵਾਲੇ ਨਹੀਂ ਹਨ, ਨਹੀਂ ਜੁੜਿਆ ਜਾਂਦਾ। ਜੋਗ ਨਾ ਤੀਰਥ ਨਾਈਐ, ਤੇ ਸ਼ਰਧਾ ਤੋਂ ਹੀਣੇ ਹੋ ਕਰਕੇ ਤੀਰਥਾਂ ਤੇ ਇਸ਼ਨਾਨ ਕੀਤੇ ਦੇ ਨਾਲ ਵੀ ਜੋਗ ਨਾਲ ਨਹੀਂ ਜੁੜਿਆ ਜਾਂਦਾ ਪਰਮੇਸ਼ਰ ਦੇ ਨਾਲ। ਇਹ ਨਹੀਂ ਖਾਲਸਾ ਜੀ ਤੀਰਥ ਦਾ ਖੰਡਨ ਨਹੀਂ, ਪਖੰਡ ਦਾ ਖੰਡਨ ਹੈ। ਤੋ ਇੱਥੋਂ ਹਰਿਮੰਦਰ ਸਾਹਿਬ ਕੋਈ ਜਾ ਕਰਕੇ ਖਾਲਸਾ ਜੀ ਦੇ ਨੇ ਉਹ ਸ਼ਰਾਬ ਪੀ ਕੇ ਇੱਥੋਂ ਤੇ ਨਹਾ ਕੇ ਚੜ ਜਾਵੇ ਹਰਿਮੰਦਰ ਸਾਹਿਬ, ਉੱਥੇ 2-4 ਦਿਨ ਸੇਵਾ ਕਰੇ, ਆ ਕੇ ਫਿਰ ਲਾਹਣ ਨਾਲ ਡੱਕ ਲਵੇ, ਇਹੋ ਜਿਹਨੂੰ ਖਾਲਸਾ ਜੀ ਕੀ ਜੋੜ ਪਵੇਗਾ ਪਰਮੇਸ਼ਰ ਦਾ। ਤੋ ਸਿੱਖਿਆ ਗ੍ਰਹਿਣ ਕਰਨੀ ਵੈ ਜਿਹੜੀ ਵੈ ਉਹ ਮਨ ਨੀਵਾ ਮਤ ਉੱਚੇ ਦੀ ਦਾਤ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਦਰੋਂ ਕਰੋ ਮੰਗਣੀ ਹੈ। ਇਹ ਖਾਲਸਾ ਜੀ ਫਿਰ ਇੱਕ ਪਾ ਲੱਥੀ ਨਾਤਿਆ ਦੋਏ ਭਾ ਚੜੀਐ ਹੋਰ। ਉਹ ਕਈ ਇੱਥੋਂ ਜਾ ਕੇ ਵੀ ਖਾਲਸਾ ਜੀ ਉਹ ਦਰਬਾਰਾਂ ਤੇ ਪਾਵਨ ਦਰਬਾਰੀ ਜਾ ਕੇ ਝਗੜੇ ਕਰਨੇ, ਰੌਲੇ ਪਾਉਣੇ, ਉੱਥੇ ਨਿੰਦਿਆ ਕਰਨੀ, ਚੁਗਲੀ ਕਰਨੀ। ਉਸ ਤੋਂ ਇਲਾਵਾ ਖਾਲਸਾ ਜੀ ਫਿਰ ਜਿਹੜੇ ਵੈ ਉਹ ਮਨ ਵਿੱਚ ਮੰਦ ਵਾਸ਼ਨਾਵਾਂ ਰੱਖਣੀਆਂ, ਜਿਹੜੀਆਂ ਕਾਮ ਬਿਰਤੀ ਰੱਖਣੀ ਖਾਲਸਾ ਜੀ। ਜਿਹਦੇ ਨਾਲ ਵੀ ਮਹਾਰਾਜ ਕਹਿੰਦੇ ਇਹੋ ਜਿਹਾ ਭਾਈ ਜਿਹੜਾ ਵੈ ਉਹ ਤੀਰਥ ਨਾਤਾ ਕੀ ਕਰੇਗਾ। ਇੱਕ ਪਾ ਲੱਥੀ ਨਾਤਿਆਂ ਦੋਏ ਭਾ ਚੜੀਐ ਹੋਰ। ਲਾਉਣ ਗਿਆ ਸੀ ਪਹਿਲੇ ਪਾਪ, 2 ਹੋਰ ਚੜਾ ਕੇ ਨਾਲ ਲੈ ਆਇਆ ਹੈ। ਇੱਥੇ ਖਾਲਸਾ ਜੀ ਸੰਸਾਰ ਵਿੱਚ ਕੀਤੇ ਗੁਨਾਹਾਂ ਤਾਂ ਬਖਸ਼ੇ ਜਾਣਗੇ ਪਰਮੇਸ਼ਰ ਦੇ ਦਰਬਾਰ ਅੰਦਰ, ਪਰ ਜਿੱਥੇ ਬਖਸ਼ਾਉਣੇ ਆ ਪਰਮੇਸ਼ਰ ਦੇ ਦਰ ਤੇ ਕੀਤੇ ਹੋਏ ਗੁਨਾਹ ਖਾਲਸਾ ਜੀ ਅੱਗੇ ਕੋਈ ਥਾਂ ਨਹੀਂ ਜਿੱਥੇ ਬਖਸ਼ੇ ਜਾਣਗੇ। ਤੋ ਗੁਰੂ ਗਰੀਬ ਨਿਵਾਜ ਕਹਿੰਦੇ ਭਾਈ ਨਹੀਂ ਜੁੜਿਆ ਜਾਂਦਾ। ਪਖੰਡ ਸਹਿਤ ਤੀਰਥ ਨਾਤਾ, ਸ਼ਰਧਾ ਤੋਂ ਹੀਣਾ ਕੋਈ ਤੀਰਥ ਨਾਵੇ, ਉਹਦੇ ਨਾਲ ਵੀ ਭਾਈ ਪਰਮੇਸ਼ਰ ਨਾਲ ਜੁੜਿਆ ਨਹੀਂ ਜਾਂਦਾ। ਤੀਰਥਾਂ ਤੇ ਜਾ ਕੇ ਵੀ ਖਾਲਸਾ ਜੀ ਨਾਮ ਜਪਿਆ ਹੀ ਪ੍ਰਵਾਨ ਵੈ। ਕੱਲੇ ਤੀਰਥਾਂ ਤੇ ਇਸ਼ਨਾਨ ਕਰੀ ਜਾਓ, ਕਿੰਨੀਆਂ ਮੱਛੀਆਂ ਰਹਿੰਦੀਆਂ ਉਹ ਨਹੀਂ ਮੁਕਤ ਹੋ ਜਾਂਦੀਆਂ। ਇਸ ਕਰਕੇ ਖਾਲਸਾ ਜੀ ਨਾਮ ਉਥੇ ਤੀਰਥ ਦਾ ਇਸ਼ਨਾਨ ਵੀ ਤਦੇ ਹੀ ਸਫਲ ਆਵੈ ਜਦ ਆਪਾਂ ਨਾਮ ਜਪਾਂਗੇ। ਉੱਥੇ ਹਰਿਮੰਦਰ ਸਾਹਿਬ ਜਾਂ ਕਿਸੇ ਗੁਰਧਾਮ ਜਾਓ, ਘੰਟਾ 2 ਘੰਟਾ ਖਾਲਸਾ ਜੀ ਉੱਥੇ ਕੀਰਤਨ ਸੁਣੋ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਮਨ ਦੀ ਮੈਲ ਕੱਟਣ ਵਾਲਾ ਸਤਿਗੁਰਾਂ ਦਾ ਪਾਵਨ ਕੀਰਤਨ ਸੁਣਨਾ, ਸੰਗਤ ਦੇ ਝੂਠੇ ਬਾਟੇ ਜਿਹੜੇ ਵਾ ਉਹ ਮੰਨਣੇ। ਹੋਰ ਖਾਲਸਾ ਜੀ ਜਿਹੜੀ ਸੇਵਾ ਦਿਸਣੀ ਉਹ ਕਰਨੀ। ਦਰਬਾਰਾਂ ਅੰਦਰ ਜਾ ਕੇ ਇੱਥੋਂ ਜਾਂਦੇ ਹੀ ਉਹ ਕਮਰੇ ਲੱਭਣ ਲੱਗ ਜਾਂਦੇ ਆ। ਤੋ ਖਾਲਸਾ ਜੀ ਇਹੋ ਜੀ ਜਿਹੜੀ ਵਾ ਬਿਰਤੀ ਰੱਖ ਜਾਣ, ਉਹਦਾ ਤੀਰਥ ਨਾਤਾ ਕੀ ਕਰੇਗਾ। ਤੋ ਇਹੋ ਕੀਰਤਨ ਸੁਣਨਾ, ਕੋਈ ਬਾਣੀ ਪੜ੍ਹ ਕੇ ਆਉਣੀ। ਖਾਲਸਾ ਜੀ ਹਰ ਵਾਰੀ ਜਦੋਂ ਜਾਣਾ ਕਿਤੇ ਤੀਰਥ ਤੇ ਇਸ਼ਨਾਨ ਕਰਨ, ਉੱਥੇ ਇੱਕ ਔਗਣ ਛੱਡ ਕੇ ਆਉਣਾ ਤੇ ਇੱਕ ਗੁਣ ਲੈ ਕੇ ਆਉਣਾ ਵੀ ਅੱਜ ਤੋਂ ਬਾਅਦ ਮੈਂ ਆਹ ਔਗਣ ਛੱਡਿਆ ਮਹਾਰਾਜ ਤੇਰੇ ਇੱਥੇ ਦਰ ਤੇ ਤੇਰੇ ਦਰ ਤੋਂ ਮਹਾਰਾਜ ਸਿੱਖਾਂ ਤੋਂ ਆਹ ਗੁਣ ਲੈ ਲਿਆ ਮੈਂ। ਇਉਂ ਖਾਲਸਾ ਜੀ ਇੱਕ ਔਗਣ ਛੱਡ ਆਉਣਾ, ਇੱਕ ਗੁਣ ਲੈ ਲੈਣਾ। ਇਹੋ ਜਿਹਾ ਦਾ ਤੀਰਥ ਨਾਤਾ ਖਾਲਸਾ ਜੀ ਸਫਲਾ ਹੈ। ਤੋ ਮਹਾਰਾਜ ਕਹਿੰਦੇ ਸ਼ਰਧਾ ਹੀਣਿਆਂ ਦਾ, ਨਾਮ ਤੋਂ ਹੀਣਿਆਂ ਦਾ, ਤੀਰਥ ਦੇ ਨਹਾਉਣ ਨਾਲ ਜੋਗ ਜੋੜ ਨਹੀਂ ਪੈਂਦਾ ਹੈ। ਅੰਜਨ ਮਾਹੇ ਨਿਰੰਜਨ ਰਹੀਐ, ਇਹ ਸਿੱਧ ਕਹਿੰਦੇ ਮਹਾਰਾਜ ਫਿਰ ਕਿਵੇਂ ਪਰਮੇਸ਼ਰ ਦੇ ਨਾਲ ਜੋੜ ਪਵੇਗਾ। ਤੁਹਾਡੇ ਅਨੁਸਾਰ ਜੋਗੀ ਕਿਹੜਾ ਵਾ? ਅੰਜਨ ਮਾਹੇ ਨਿਰੰਜਨ ਰਹੀਐ, ਜਿਹੜਾ ਭਾਈ ਅੰਜਨ ਮਾਇਆ ਦੀ ਕਾਲਸ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਵਿੱਚ ਨਿਰੰਜਨ ਰਹਿਤ ਹੈ ਕਾਲਸ ਮਾਇਆ ਦੀ ਪਕੜ ਤੋਂ। ਜੋਗ ਜੁਗਤ ਇਵ ਪਾਈਐ, ਇਹ ਜਿਹੜੀ ਵਾ ਇਸ ਜੁਗਤੀ ਦੇ ਨਾਲ ਜੋਗ ਕਹੀਏ ਜੋੜ ਪਰਮੇਸ਼ਰ ਦੀ ਪਾਈ ਆ, ਪ੍ਰਾਪਤੀ ਹੁੰਦੀ ਹੈ। ਸਤਿਗੁਰ ਭੇਟੈ ਤਾ ਸਹਸਾ ਟੂਟੈ, ਜੇ ਕਿਤੇ ਸੱਚੇ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਗੇ ਭੇਟੈ ਮਿਲ ਜਾਣ ਤਾਂ ਸਹਸਾ ਟੂਟੈ। ਫਿਰ ਸੰਸਾ ਨਹੀਂ ਰਹਿੰਦਾ। ਜਿਹੜਾ ਪ੍ਰਮਾਣਗਤ ਤੇ ਪ੍ਰਮੇਗਤ 2 ਸੰਸੇ ਮੰਨੇ ਗਏ ਵਾ, ਇਹ ਸੰਸੇ ਨਾਸ਼ ਹੋ ਜਾਂਦੇ ਹਨ। ਧਾਵਤ ਵਰਜ ਰਹਾਈਐ, ਤੇ ਜਿਹੜੀ ਮਨ ਧਾਵਤ ਦੌੜਦਾ ਸੀ ਇਹਨੂੰ ਵਰਜ ਰਹਾਈ ਹੈ। ਭਾਈ ਸਿੱਧੋ ਇਹ ਦੌੜਦੇ ਹੋਏ ਮਨ ਨੂੰ ਜਿਹੜਾ ਵਾ ਵਰਜ ਰਹਾਈ ਹੈ, ਉਹਨੂੰ ਰੋਕ ਕੇ ਰੱਖੋ ਭਾਈ। ਦੌੜਦੇ ਹੋਏ ਮਨ ਨੂੰ ਮਨ ਜੀਤੈ ਜਗ ਜੀਤ, ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਣਾ। ਨਿਜਹਰ ਝਰੈ ਸਹਿਜ ਧੁਨ ਲਾਗੈ, ਜਿਹੜਾ ਫਿਰ ਜਦੋਂ ਮਨ ਰੋਕਿਆ ਹੋਊਗਾ ਤੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕੋਈ ਪੂਰਨ ਗੁਰੂ ਮਿਲ ਜਾਵੇ, ਸੰਸੇ ਨਾਸ਼ ਹੋ ਜਾਣ, ਫਿਰ ਕੀ ਹੋਵੇਗਾ? ਨਾਮ ਦੇ ਬਲ ਸਦਕਾ ਨਿਜਰ ਝਰੈ। ਫਿਰ ਜਿਹੜਾ ਵੈ ਉਹ ਬ੍ਰਹਮਾਨੰਦ ਜਿਹੜਾ ਨਿਜਰ ਇੱਕ ਰਸ ਫਿਰ ਝਰੈ ਝੜ ਪੈਂਦਾ ਹੈ। ਘਰ ਹੀ ਪਰਚਾ ਪਾਈਐ, ਸਹਿਜ ਧੁਨ ਲਾਗੈ। ਫਿਰ ਸਹਿਜੇ ਹੀ ਖਾਲਸਾ ਜੀ ਪਰਮੇਸ਼ਰ ਵਿੱਚ ਧੁਨ ਕਹੀਏ ਬਿਰਤੀ ਲੱਗਦੀ ਹੈ। ਤੇ ਫਿਰ ਪਰਮੇਸ਼ਰ ਕਿੱਥੋਂ ਮਿਲੇਗਾ? ਘਰ ਹੀ ਪਰਚਾ ਪਾਈਐ। ਜਿਹੜਾ ਪਰਮੇਸ਼ਰ ਦਾ ਪਰਚਾ ਉਪਦੇਸ਼ ਹੈ ਜਾਂ ਪਰਚਾ ਪ੍ਰੇਮ ਹੈ, ਘਰ ਹੀ। ਘਰ ਕੀ ਖਾਲਸਾ ਜੀ ਹਿਰਦਾ। ਇਹ ਸਿੱਧੋ ਬਾਹਰੋਂ ਕਿਤੋਂ ਨਹੀਂ। ਹਜ਼ੂਰ ਕਹਿੰਦੇ ਵਾ ਕਿ ਹਿਰਦੇ ਵਿੱਚੋਂ ਹੀ ਪਰਮੇਸ਼ਰ ਭਾਈ ਪ੍ਰਾਪਤ ਹੋਵੇਗਾ। ਅੰਜਨ ਮਾਹੇ ਨਿਰੰਜਨ ਰਹੀਐ, ਕਦੋਂ? ਜਦੋਂ ਅੰਜਨ ਮਾਹੇ ਨਿਰੰਜਨ ਰਹੀਐ।
ਅੰਜਣ ਮਾਇਆ ਦੀ ਕਾਲਸ ਤੋਂ ਜਾਂ ਮਾਇਆ ਰੂਪੀ ਕਾਲਖ ਤੋਂ ਜਿਹੜਾ ਵੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਰਹਿਤ ਰਹਿਣਾ ਜੋ ਹੈ। ਜੋਗ ਜੁਗਤ ਇਵ ਪਾਈਐ ਇਵ ਜੁਗਤ ਜੋਗ ਪਾਈਐ, ਇਵ ਇਸ ਜੁਗਤ ਜੁਗਤੀ ਦੇ ਨਾਲ ਭਾਈ ਜੋਗ ਪਾਈਐ, ਪਰਮੇਸ਼ਰ ਦੇ ਨਾਲ ਜੋੜ ਪ੍ਰਾਪਤ ਕਰੀਦਾ ਹੈ। ਨਾਨਕ ਜੀਵਤਿਆ ਮਰ ਰਹੀਐ। ਫਿਰ ਮਹਾਰਾਜ ਨੇ ਉਪਦੇਸ਼ ਦਿੱਤਾ, ਭਾਈ ਹੋਰ ਸੁਣੋ ਸਿੱਧੋ, ਪਰਮੇਸ਼ਰ ਦੀ ਪ੍ਰਾਪਤੀ ਜੋਗ ਚਾਹੁੰਦੇ ਹੋ ਤਾਂ ਸੁਣੋ ਭਾਈ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ, ਜੀਵਤਿਆ ਮਰ ਰਹੀ ਹੈ। ਜਿਹੜਾ ਜੀਵਤਿਆ ਮੈਂ ਹੰ ਭਾਵ ਹੈ, ਇਹਦੇ ਤੋਂ ਮਰ ਜਾਓ। ਫਿਰ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਿੰਨਾ ਸਮਾਂ ਮੈਂ ਉਹਨਾਂ ਸਮਾਂ ਖਾਲਸਾ ਜੀ ਤੂੰ ਨਹੀਂ ਹੋਵੇਗੀ। ਤੋ ਗਰੀਬ ਨਿਵਾਜ ਕਹਿੰਦੇ ਸਿੱਧੋ ਭਾਈ ਜੀਵਤ ਭਾ ਤੋਂ ਮਰ ਰਹੀ ਹੈ। ਤੋ ਅਥਵਾ ਖਾਲਸਾ ਜੀ ਮਹਾਰਾਜ ਨੇ ਫਿਰ ਇਹ ਹੁਕਮ ਕੀਤਾ ਕਿ ਭਾਈ ਜੀਵਤਿਆ ਮਰ ਰਹੀ ਹੈ। ਜਿਹੜੇ ਪੱਖ ਤੋਂ ਜੀਵਤਿਆਂ ਜਿਉ ਰਹੇ ਹੋ, ਕਿਹੜਾ ਖਾਲਸਾ ਜੀ? ਉਹ ਸੰਸਾਰ ਹੈ। ਸੰਸਾਰ ਪੱਖ ਤੋਂ ਮਰ ਰਹੀ ਹੈ, ਉਸ ਪਾਸਿਓਂ ਮਰ ਜਾਣਾ ਚਾਹੀਦਾ ਹੈ, ਤੇ ਮਰ ਰਹੀ ਹੈ ਜੀਵਤਿਆ। ਜਿੱਥੋਂ ਮਰ ਰਹੇ ਹੋ ਖਾਲਸਾ ਜੀ ਨਿਰੰਕਾਰ ਵਾਲਾ ਪਾਸਾ ਹੈ। ਨਿਰੰਕਾਰ ਵਾਲੇ ਪਾਸੇ ਤੋਂ ਮਰ ਰਹੀ ਹੈ, ਮਰੇ ਹੋਏ ਹੋ, ਉਥੋਂ ਜੀਵਤਿਆ। ਸੰਸਾਰ ਵਾਲੇ ਪਾਸੇ ਮਰ ਜਾਓ, ਨਿਰੰਕਾਰ ਵਾਲੇ ਪਾਸੇ ਜਿਉਂਦੇ ਹੋ ਜਾਓ। ਐਸਾ ਜੋਗ ਕਮਾਈਐ। ਇਹ ਜੋਗ ਹੈ, ਇਹੋ ਜਿਹਾ ਜੋਗ ਸਿੱਧੋ ਭਾਈ ਕਮਾਉਣਾ ਚਾਹੀਦਾ ਹੈ। ਵਾਜੇ ਬਾਜਹ ਸਿੰਘੀ ਵਾਜੈ। ਫਿਰ ਜਿਹੜਾ ਬਾਹਰੀ ਵਾਜੇ ਤਾਂ ਵਜਾਉਣੇ ਪੈਂਦੇ ਵਾ, ਵਾਜੇ ਬਾਝੋਂ ਵਜਾਉਣ ਤੋਂ ਬਾਝੋਂ ਬਿਨਾਂ ਹੀ ਫਿਰ ਸਿੰਘੀ ਵੱਜਦੀ। ਕਿਹੜੀ ਖਾਲਸਾ ਜੀ? ਉਹ ਅਨਾਹਤ ਨਾਦ ਹੈ। ਤਾ ਨਿਰਭਉ ਪਦ ਪਾਈਐ। ਤਦ ਫਿਰ ਜਿਹੜਾ ਨਿਰਭਉ ਪਰਮੇਸ਼ਰ ਦਾ ਪਦ ਪਦਵੀ, ਨਿਰਭਉ ਪਦਵੀ ਵਾਲਾ ਪਰਮੇਸ਼ਰ ਹੈ, ਉਹ ਪਾਈਐ ਪ੍ਰਾਪਤ ਕਰ ਲਈਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਅੰਜਨ ਮਾਹਿ ਨਿਰੰਜਨ ਰਹੀਐ। ਇਸੇ ਤਰ੍ਹਾਂ ਜਿਹੜੀ ਅੰਜਨ ਮਾਇਆ ਰੂਪੀ ਕਾਲਖ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਨਿਰਰਹਿਤ ਰਹਿੰਦਾ ਹੈ ਮਾਇਆ ਰੂਪੀ ਕਾਲਖ ਤੋਂ। ਜੋਗ ਜੁਗਤ ਇਵ ਪਾਈਐ। ਜੋਗ ਜੁਗਤ ਤਉ ਪਾਈਐ, ਤਾਂ ਭਾਈ ਜਿਹੜੀ ਵਾ ਜੋਗ ਪਰਮੇਸ਼ਰ ਦੇ ਨਾਲ ਜੋੜ ਪਾਈਐ ਪ੍ਰਾਪਤ ਹੁੰਦਾ। ਇਸ ਜੁਗਤੀ ਦੇ ਨਾਲ ਪਰਮੇਸ਼ਰ ਦੇ ਨਾਲ ਜੋੜ ਪ੍ਰਾਪਤ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਸਿੱਧਾਂ ਨੂੰ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਸੂਹੀ ਰਾਗਣੀ ਦਾ ਬਚਨ ਸੁਣਾਇਆ। ਸਾਰੇ ਸਿੱਧ ਫਿਰ ਧੰਨ ਧੰਨ ਕਰ ਉੱਠੇ ਸੀਗੇ। ਮਹਾਰਾਜ ਅਸੀਂ ਪਰਖਣ ਵਾਸਤੇ ਆਏ ਸੀ, ਤੁਸੀਂ ਉਹੀ ਰੂਪ ਹੋ, ਉਹੀ ਗੁਰੂ ਨਾਨਕ ਪਾਤਸ਼ਾਹ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਹੈ। ਕੋਈ ਭੇਦ ਨਹੀਂ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਹਨ। ਗੁਰੂ ਅੰਗਦ ਦੇਵ ਜੀ ਮਹਾਰਾਜ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਹਨ। ਇੰਨੀਆਂ ਬੇਨਤੀਆਂ ਖਾਲਸਾ ਜੀ ਪ੍ਰਵਾਨ ਕਰਨੀਆਂ। ਅੱਗੇ ਜੋ ਬਾਕੀ ਇਹ ਪ੍ਰਸੰਗ ਰਹਿ ਗਿਆ ਹੈ, ਇਹ ਸਿੱਧਾਂ ਦਾ ਨਿਹਾਲ ਹੋਣਾ, ਫਿਰ ਹਮਾਯੂ ਦਾ ਹਾਰ ਕੇ ਮਹਾਰਾਜ ਦੇ ਪਾਸ ਆਉਣਾ, ਉਹ ਜਥਾ ਪ੍ਰਸੰਗ ਕੱਲ ਆਵੇਗਾ। ਪਰ ਰਲ ਮਿਲ ਕਰਕੇ ਵਿਚਾਰਾਂਗੇ। ਬੁੱਧੀ ਖਾਲਸਾ ਜੀ ਸਿੱਪੀ ਵਰਗੀ ਮਹਾਰਾਜ ਦੀ ਪਾਵਨ ਜਿਹੜੀ ਵੈ ਕਥਾ ਕੀਰਤਨ ਵਡਿਆਈਏ ਖਾਲਸਾ ਜੀ ਅਥਾ ਅਗਾਧ ਸਮੁੰਦਰ ਹੈ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਵਾਜੇ ਬਾਜਹ ਸਿੰਘੀ ਵਾਜੈ। ਤਾ ਨਿਰਭਉ ਪਦ ਪਾਈਐ। ਅੰਜਨ ਮਾਹਿ ਨਿਰੰਜਨ ਰਹੀਐ। ਜੋਗ ਜੋਗ ਜੁਗਤ ਤਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੈ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ।
ਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।